ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ। ਪੰਜਾਬ ਸਰਕਾਰ ਨੇ ਇੱਕ ਮੁਹਿੰਮ ਵਿੱਢੀ ਹੈ ਜਿਹੜੀ ਪਹਿਲਾਂ ਵੀ ਵਿੱਢੀ ਸੀ, ਹੁਣ ਫਿਰ ਤੋਂ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮੁਹਿੰਮ ਹੈ ਨਜਾਇਜ਼ ਕਬਜ਼ਿਆਂ ਦੇ ਖਿਲਾਫ। ਚੇਤਾਵਨੀ ਦਿੱਤੀ ਗਈ ਹੈ, ਮੁੱਖ ਮੰਤਰੀ ਸਾਹਿਬ ਨੇ ਚੇਤਾਵਨੀ ਦਿੱਤੀ ਹੈ ਤੇ कैबिनेट मंत्री ने प्रैस कॉन्फ्रेंस करके सारा कुछ दस्या कि कदों तक ये कब्जे जोड़े छुड़ा लवांगे। पिछला डाटा भी दस्या, लगातार प्रैस कॉन्फ्रेंस की तो सवाल बहुत सारे हैं। इन्होंने सवालों के विचाले एक सवाल होटल वाला भी आया। वो किहड़े होटल वाला सवाल सीगा ते किहदे कमरे जोड़े वो किराए ते चढ़ाउण दी सरकार तैयारी करती पई है जां सिर्फ ये एक पब्लिसिटी स्टंट है। ये सारे सवाल होणगे किहड़े कमरे किराए ते चढ़नगे। ऐदा वधिया होटल बने ढावांगे क्यों? ਉਹਨੂੰ ਕਿਰਾਏ ਤੇ ਦਾਂਗੇ ਆਪਾਂ। ਢਾਉਣਾ ਨਹੀਂ ਕੋਈ। ਬਿਆਨਬਾਜ਼ੀ ਸੁਣ ਲਈਏ ਪਹਿਲਾਂ। ਅਸੀਂ 14 ਮਈ ਤੋਂ ਦੂਸਰੇ ਗੇੜ ਦੀ ਜਿਹੜੀ ਪੰਚਾਇਤੀ ਜ਼ਮੀਨ ਛਡਾਉਣ ਲਈ ਮਤਲਬ ਜਿਹੜਾ ਆਪਣੀ ਮੁਹਿੰਮ ਸ਼ੁਰੂ ਕੀਤੀ ਤੇ ਅਸੀਂ ਪਿਛਲੇ 3-4 ਦਿਨ 'ਚ 469 ਏਕੜ ਜ਼ਮੀਨ ਜਿਹੜੀ ਆ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਅਸੀਂ ਇਹ ਛਡਾਈ ਹੈ। ਅਸੀਂ ਅਪੀਲ ਕਰਨੀ ਚਾਹੁੰਦੇ ਹਾਂ ਕਿ ਤੁਸੀਂ ਇਹ ਜਿਹੜੀ ਅਸੀਂ ਮੁਹਿੰਮ ਸ਼ੁਰੂ ਕੀਤੀ ਹੈ, ਇਸ ਮੁਹਿੰਮ ਦੇ ਦੌਰਾਨ ਜਿਹੜਾ ਵੀ ਵਿਅਕਤੀ ਜਿਹੜਾ ਵੀ ਜਿਸ ਕੋ ਵੀ ਇਹ ਜ਼ਮੀਨ ਜਗ੍ਹਾ ਦੱਬੀ ਹੈ ਉਹ 31 ਮਈ ਤੱਕ ਇਹਨੂੰ ਮਤਲਬ ਜਿਹੜਾ ਛੱਡ ਦੇਵੇ। 31 ਮਈ ਤੱਕ ਉਹ ਆਪਣੇ ਆਪ ਹੀ ਛੱਡ ਦੇਣ। ਪਿਛਲੇ ਵਾਰ ਵੀ ਜਦੋਂ ਸੀਐਮ ਸਾਹਿਬ ਨੇ ਅਪੀਲ ਕੀਤੀ ਸੀਗੀ, ਪਿਛਲੀ ਵਾਰ ਅਸੀਂ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਦਿੱਤੇ, ਅਪੀਲ ਵੀ ਕੀਤੀ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਇੰਨੇ ਹਰਮਨ ਪਿਆਰੇ ਲੋਕਾਂ ਦੇ ਵਿੱਚ ਉਹਨਾਂ ਦੀ ਅਪੀਲ ਦੇ ਉੱਤੇ 3396 ਏਕੜ ਜ਼ਮੀਨ ਪਿਛਲੇ ਸਾਲ ਵੀ ਲੋਕਾਂ ਨੇ ਆਪ ਛੱਡੀ ਸੀਗੀ। ਤਾਂ ਘਰ ਨਹੀਂ ਢਾਇਆ ਜਾਊਗਾ ਕਿਸੇ ਵੀ ਬੰਦੇ ਦਾ, ਚਾਹੇ ਉਹਨੇ ਬਣਾ ਲਿਆ ਕੁਛ ਵੀ ਹੈ। ਕੁਛ ਲੋਕ ਬਿਨਾਂ ਕਿਸੇ ਗੱਲ ਤੋਂ ਪ੍ਰਚਾਰ ਕਰਨ ਲੱਗਦੇ। ਨਾ ਅਸੀਂ ਪਿਛਲੇ ਸਾਲ ਹੀ ਕਿਸੇ ਦੇ ਬੂਹੇ ਬਾਰੀ ਨੂੰ ਘਰ ਨੂੰ ਕਿਤੇ ਕਿਸੇ ਹੱਥ ਨਹੀਂ ਲਾਇਆ, ਨਾ ਅਸੀਂ ਐਤਕਾਂ ਹੀ ਲਾਉਣਾ। ਸੀਐਮ ਸਾਹਿਬ ਨੇ ਸਾਨੂੰ ਸਪਸ਼ਟ ਨਿਰਦੇਸ਼ ਦੇ ਵੀ ਕਿਸੇ ਗਰੀਬ ਦਾ ਕਿਸੇ ਕਿਸਾਨ ਦਾ ਕੋਈ ਘਰ ਨਹੀਂ ਢਾਉਣਾ। ਬਸ ਸਭ ਨੂੰ ਬੇਨਤੀ ਕਰਦੀ ਆ, ਪਹਿਲਾਂ ਕਿਹਾ ਵੀ ਅਸੀਂ ਢਾਉਣਾ ਨਹੀਂ। ਯਾਰ ਐਡਾ ਵਧੀਆ ਕੋਈ ਹੋਟਲ ਬਣਿਆ ਉਹ ਢਾਵਾਂਗੇ ਕਿਉਂ? ਉਹਨੂੰ ਕਿਰਾਏ ਤੇ ਦਾਂਗੇ ਆਪਾਂ। ਕਿਰਾਏ ਤੇ ਦੇਵਾਂਗੇ। ਤੇ ਅਸੀਂ ਇਹੀ ਸਵਾਲ ਪੁੱਛਨੇ ਆ, ਨਜਾਇਜ਼ ਕਬਜ਼ਿਆਂ ਖਿਲਾਫ ਪੰਜਾਬ ਸਰਕਾਰ ਦੇ ਅਲਟੀਮੇਟਮ ਤੇ ਸਿਆਸੀ ਕਲੇਸ਼ ਕਿਉਂ ਪਿਆ? ਜਿਹੜੇ ਮਹਿਮਾਨ ਸਾਡੇ ਨਾਲ ਹੈ ਤਾਰੀਫ ਕਰਾ ਰਹੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਐਡਵੋਕੇਟ ਰਵਿੰਦਰ ਸਿੰਘ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਰਵਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਖੜਿਆਲ ਇਹ ਵੀ ਐਡਵੋਕੇਟ ਨੇ, ਕਾਂਗਰਸ ਸਪੋਕਸਪਰਸਨ ਹੈ। ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਭੁੱਲਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ। ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਸੁਰਿੰਦਰ ਕੰਵਲ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਡਾਕਟਰ ਸੁਰਿੰਦਰ ਕੰਵਲ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਰਵਿੰਦਰ ਸਿੰਘ ਤੁਹਾਨੂੰ ਕਰਨ ਚਾਹੁੰਦਾ। ਰਵਿੰਦਰ ਸਿੰਘ, ਸਾਰੇ ਸਿਆਸੀ ਜ਼ਮੀਨਾਂ ਸੌਰੀ ਮਾਫ ਕਰਨਾ ਮੈਂ ਭੁੱਲ ਗਿਆ ਸੀ ਸਵਾਲ ਕਿਹੜਾ ਕਰਨਾ। ਰਵਿੰਦਰ ਸਿੰਘ ਜੀ, ਮੈਂ ਸਵਾਲ ਕਰ ਰਿਹਾ ਸੀਗਾ, ਰਸੂਖਦਾਰ ਤੁਸੀਂ ਸਿਆਸੀ ਲੋਕਾਂ ਨੂੰ ਮੰਨਦੇ ਪਏ ਹੋ ਜਾਂ ਹੋਰ ਵੀ ਲੋਕ ਹੈ? ਰਵਾਇਤੀ ਪਾਰਟੀਆਂ ਦੀ ਜਿਹੜੀ ਇੱਕ ਸਿਆਸਤ ਸੀਗੀ ਆਪਣੇ ਕੁਝ ਹਿੱਸਿਆਂ ਦੇ ਥਰੂ ਉਹਨਾਂ ਨੂੰ ਐਜ਼ ਅ ਟੂਲ ਯੂਜ਼ ਕਰਕੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕਰਨਾ ਤੇ ਫਿਰ ਉਹਨਾਂ ਸਰਕਾਰੀ ਜ਼ਮੀਨਾਂ ਨੂੰ ਮਹਿੰਗੇ ਭਾਅ ਦੇ ਉੱਪਰ ਵੇਚਣਾ। ਹਾਲ ਹੀ ਦੇ ਵਿੱਚ ਕੀ ਹੋਇਆ, ਉਹਦੇ ਬਲਬੀਰ ਸਿੱਧੂ ਜੀ ਨੇ ਕੀ ਕੀਤਾ, ਮਲੌਂਗੀ ਵਾਲੀ ਜ਼ਮੀਨ ਦਾ ਐਡਾ ਇਸ਼ੂ ਉੱਠਿਆ। ਉਸ ਤੋਂ ਇਲਾਵਾ ਐਸਜੀਪੀਸੀ ਦੇ ਵਿੱਚ ਵੀ ਜਿਹੜੀ 에ਅਰਪੋਰਟ ਦੇ ਨਾਲ ਲੱਗਦੀ ਜ਼ਮੀਨ, ਕਰੋੜਾਂ ਦੀ ਜ਼ਮੀਨ ਕਰੋੜਾਂ ਦੇ ਭਾਅ ਵੇਚਣ ਦੀ ਗੱਲ ਆਈ। ਇਦਾਂ ਹੀ ਬਹੁਤ ਸਾਰੇ ਇਦਾਂ ਦੇ ਮਾਮਲੇ ਜਿਹੜੇ ਹੈਗੇ ਆ ਗਾਹੇ ਬਗਾਹੇ ਉੱਠਦੇ ਰਹੇ ਨੇ। ਨਹੀਂ ਰਵਿੰਦਰ ਸਿੰਘ ਮੈਂ ਪੁੱਛ ਰਿਹਾ ਸੀ ਰਵਿੰਦਰ ਜੀ ਕਿ ਰਸੂਖਦਾਰ ਤੁਸੀਂ ਰਵਾਇਤੀ ਪਾਰਟੀ ਦੇ ਆਗੂਆਂ ਨੂੰ ਹੀ ਮੰਨਦੇ ਪਏ ਹੋ ਜਾਂ ਹੋਰ ਲੋਕ ਵੀ ਰਡਾਰ ਤੇ ਨੇ? ਨਹੀਂ, ਜਿਹੜੇ ਵੀ ਬੰਦੇ ਨੇ, ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੀ ਕੋਈ ਵੀ ਪ੍ਰਾਪਰਟੀ ਹੈ, ਭਾਵੇਂ ਸ਼ਾਮਲਾਤ ਹੈ, ਭਾਵੇਂ ਕੋਈ ਹੋਰ ਜ਼ਮੀਨ ਹੈ, ਕਿਸੇ ਬੋਰਡ ਦੀ ਜ਼ਮੀਨ ਹੈ, ਜਿਨ੍ਹਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ, ਪੰਜਾਬ ਸਰਕਾਰ ਦੀ ਮੁਹਿੰਮ ਹੈ, ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਆਦੇਸ਼ਾਂ ਦੇ ਤਹਿਤ ਉਹਨਾਂ ਦਾ ਕਬਜ਼ਾ ਛੁਡਾਇਆ ਜਾਏਗਾ। ਕਿਉਂਕਿ ਅਸਲ ਦੇ ਵਿੱਚ ਉਹ ਜਿਹੜੀ ਪ੍ਰਾਪਰਟੀ ਹੈ ਉਹ ਪੰਜਾਬ ਨੂੰ ਬਿਲੋਂਗ ਕਰਦੀ ਹੈ, ਪੰਜਾਬ ਸਰਕਾਰ ਨੂੰ ਬਿਲੋਂਗ ਕਰਦੀ ਹੈ, ਪੰਜਾਬ ਦੇ ਆਮ ਲੋਕਾਂ ਦੀ ਧਰੋਹਰ ਹੈ, ਉਹਨੂੰ ਬਚਾਇਆ ਜਾਏਗਾ। ਠੀਕ ਹੈ ਰਵਿੰਦਰ ਸਿੰਘ, ਇਹ ਹੋਟਲ ਕਿਹੜਾ ਕਹਿ ਰਹੇ ਹੋ ਤੁਸੀਂ? ਕਿਹਦਾ ਹੋਟਲ ਹੈ ਇਹ ਕਿਹੜਾ ਹੋਟਲ ਹੈ? ਇਹ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ। ਸਰ ਹੋਟਲ ਦਾ ਨਾਮ ਨਹੀਂ ਲੈਣਾ ਚਾਹੁੰਦੇ? ਜਜਮਾਨ ਬਾਲ ਕਿੱਡੇ ਨੇ ਕੇਪੀ ਸਾਹਿਬ ਆ ਜਾਣਗੇ ਮੁਰੇ। ਸਰ ਡਰ ਲੱਗਦਾ ਪਿਆ ਹੋਟਲ ਦਾ ਨਾਮ ਲੈਣ ਲੱਗਿਆ ਜਾਂ ਉਹ ਰਸੂਖਦਾਰ ਏਡੇ ਵੱਡੇ ਆ ਕਿ ਅਦਾਲਤੀ ਕਾਰਵਾਈ ਨਾਲ ਸਟੇ ਲੈ ਲੈਣਗੇ? ਕੇਪੀ ਸਾਹਿਬ, ਮੈਂ ਅੱਜ ਦਾ ਡਿਬੇਟ ਨਹੀਂ ਕਰ ਰਿਹਾ, ਮੈਨੂੰ ਤਾਂ ਤਦ ਨਹੀਂ ਲੱਗਿਆ ਡਰ ਜਦੋਂ ਅਸੀਂ ਖੁੱਲ ਕੇ ਬੋਲਦੇ ਸੀ ਤੇ ਹੁਣ ਵੀ ਬੋਲਦੇ ਆ, ਪਰ ਤੁਹਾਡੇ ਕਹਿੰਦੇ ਨਹੀਂ ਬੋਲਣਾ। ਸਰ ਮੈਂ ਤਾਂ ਸਵਾਲ ਹੀ ਭੁੱਲ ਗਿਆ ਸੀ ਮੈਂ ਕਰਨਾ ਕੀ ਹੈ। ਮੈਂ ਕਦੇ ਇਦਾਂ ਹੋਇਆ ਨਹੀਂ ਮੇਰੇ ਨਾਲ, ਅੱਜ ਮੇਰੇ ਨਾਲ ਵੀ ਇਦਾਂ ਹੋ ਗਿਆ ਸੀਗਾ ਵੀ ਸਵਾਲ ਕਰਾਂ ਕੀ।
ਮੈਂ ਕਹਿੰਦਾ ਸਾਰਿਆਂ ਨੂੰ ਪਤਾ ਹੈ ਜੀ, ਹਾਂ ਇਟਸ ਐਨ ਓਪਨ ਸੀਕ੍ਰੇਟ ਇਨ ਦਾ ਪੰਜਾਬ। ਅੱਛਾ ਚਲੋ ਮਿਸਟਰ ਭੁੱਲਰ, ਤੁਹਾਨੂੰ ਹੋਟਲ ਦਾ ਪਤਾ ਲੱਗਾ ਕਿਹੜਾ ਹੋਟਲ ਹੈ? ਕਿਤੇ ਤੁਹਾਡਾ ਤਾਂ ਨਹੀਂਗਾ? ਕੇਪੀ ਜੀ, ਗੱਲ ਇਸ ਤਰ੍ਹਾਂ ਹੈ ਕਿ ਜਿਹੜੇ ਮੰਤਰੀ ਸਾਹਿਬ ਨੇ ਬਿਆਨ ਦਿੱਤਾ ਹੈ, ਜਿਹੜੇ ਉਹ ਬੜਾ ਥੁੱਕੇ ਜਿਹਾ ਸੁੱਟ ਦਿੰਦੇ ਆ ਬੋਲਦੇ ਹੋਏ, ਉਹਨਾਂ ਨੇ 9000 ਏਕੜ ਜ਼ਮੀਨ ਆਪਾਂ ਇਹਨਾਂ ਸ਼ਬਦਾਂ ਤੋਂ ਗਰੇਜ ਕਰੀਏ ਮਿਸਟਰ ਭੁੱਲਰ, ਆਪਾਂ ਇਹਨਾਂ ਸ਼ਬਦਾਂ ਤੋਂ ਗਰੇਜ ਕਰੀਏ, ਮੇਰੀ ਬੇਨਤੀ ਹੈ, ਬੋਲੋ। ਇੱਕ ਮਿੰਟ ਜੀ, ਹਾਂ ਇੱਕ ਮਿੰਟ, ਗੁਰੇਜ ਤਾਂ ਸੀਐਮ ਵੀ ਨਹੀਂ ਕਰਦੇ ਕਿ ਇਹਨੂੰ ਕੁਝ ਕਹਿੰਦਾ। ਹਾਂ ਠੀਕ ਹੈ, ਜਿਹੋ ਜੀ ਬੋਲੀ ਬੋਲੋਗੇ ਉਹੀ ਬੋਲੀ ਅੱਗੇ ਮਿਲਣੀ ਹੈ। ਕੇਪੀ ਜੀ, 9000 ਏਕੜ ਜ਼ਮੀਨ ਲੋਕਾਂ ਤੋਂ ਖਾਲੀ ਕਰਵਾਉਣ ਦਾ ਦਾਅਵਾ ਕੀਤਾ ਸੀ। ਪਹਿਲਾਂ ਉਹ ਮੰਤਰੀ ਸਾਹਿਬ ਇਹ ਦੱਸ ਦੇਣ ਵੀ ਉੱਤੇ ਕਣਕ ਬੀਜੀ, ਝੋਨਾ ਬੀਜਿਆ, ਕੀ ਕੀਤਾ ਉਸ ਜ਼ਮੀਨ ਦਾ, ਉਹ ਜ਼ਮੀਨ ਕਿੱਥੇ ਹੈ? ਤੇ 2890 ਏਕੜ ਜ਼ਮੀਨ ਚੀਫ ਮਿਨਿਸਟਰ ਸਾਹਿਬ ਆ ਪਹਾੜੀਆਂ ਜਿਹੜੀਆਂ ਉਹਨਾਂ ਦੇ ਨਾਲ ਲੱਗਦੀਆਂ ਘਰ ਦੇ, ਉੱਥੇ ਚੜ ਕੇ ਜਾ ਕੇ ਬੋਲੇ ਸੀ ਵੀ ਅੱਜ ਇਹ ਕਬਜ਼ਾ ਛਡਾ ਲਿਆ, ਤੇ ਅਗਲੇ ਦਿਨ ਇੰਨਾ ਵੱਡਾ ਅਖਬਾਰ ਚ ਆ ਗਿਆ ਸੀ, ਉੱਥੇ ਸਟੇ ਲੱਗਾ ਹੋਇਆ ਹਾਈ ਕੋਰਟ ਦਾ ਸਾਰੇ ਪਿੰਡਾਂ ਦੇ ਵਿੱਚ, ਤੇ ਉੱਥੇ ਕਿਹੜੀ ਜ਼ਮੀਨ ਛਡਾ ਗਿਆ ਸਾਨੂੰ ਨਹੀਂ ਪਤਾ। ਫਿਰ ਇੱਕ ਬਹੁਤ ਵੱਡੀ ਖਬਰ ਬਣਾ ਕੇ ਦਿੱਤੀ ਕਿ ਜੀ ਮਾਨ ਸਾਹਿਬ ਦੀ, ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਜ਼ਮੀਨ ਅਸੀਂ ਖਾਲੀ ਕਰਾ ਲਈ, ਤੇ ਬਾਅਦ ਚ ਉਹਦਾ ਵੀ ਆ ਗਿਆ ਕਿ ਉਹ ਵੀ ਜਿਹੜੀ ਹੈਗੀ ਆ ਬਿਲਕੁਲ 1 ਨੰਬਰ ਦੀ ਜ਼ਮੀਨ ਹੈ, ਸਟੇ ਲੱਗਾ ਹੋਇਆ ਹੈ, ਉੱਥੇ ਕੋਈ ਕਬਜ਼ਾ ਖਾਲੀ ਨਹੀਂ ਹੋਇਆ। ਇਹ ਜਿਹੜੀ ਪਾਰਟੀ ਹੈ ਨਾ ਜੀ, ਇਹ ਅਖਬਾਰਾਂ 'ਚ ਚਰਚਾ 'ਚ ਸਨਸਨੀਖੇਜ਼ ਬਣਾ ਕੇ ਰੱਖਣਾ ਚਾਹੁੰਦੀ ਆਪਣੇ ਆਪ ਨੂੰ, ਕਿਉਂਕਿ ਇਹਨਾਂ ਕੋਲ ਕਰਨ ਕਰਾਉਣ ਨੂੰ ਕੁਝ ਨਹੀਂ ਹੈ, ਇਹਨਾਂ ਦੇ ਪੱਲੇ ਕੁਝ ਨਹੀਂ ਹੈ। ਇਹ ਰੋਜ਼ ਇੱਕ ਖਬਰ ਬਣਾਉਣਾ ਚਾਹੁੰਦੇ ਜੇ ਸ਼ਾਇਦ ਨਹੀਂ ਚਲੋ ਆਪਾਂ ਖਬਰ ਦੱਸ ਦਿਓ ਨਾ, ਫਿਰ ਸਹੀ ਖਬਰ ਦੱਸ ਦਿਓ। 1 ਮਿੰਟ ਭੁੱਲਰ ਸਾਹਿਬ ਸਹੀ ਖਬਰ ਦੱਸ ਦਿਓ ਨਾ, ਤੁਹਾਡਾ ਹੋਟਲ ਨਿਸ਼ਾਨੇ ਤੇ ਤਾਂ ਨਹੀਂ ਹੈਗਾ? ਮੈਂ ਕਹਿੰਦਾ ਕਰਨ ਤੇ ਸਹੀ, ਕਰਨ ਤੇ ਸਹੀ, ਜਿਹੜਾ ਬੰਦਾ ਖੁੱਲ ਕੇ ਬੋਲ ਨਹੀਂ ਸਕਦਾ ਪ੍ਰਵਕਤਾ ਉਹਨਾਂ ਦਾ ਵੀ ਕਿਹੜਾ ਹੋਟਲ, ਤੇ ਉਹਨਾਂ ਦੇ ਚਿੰਤ ਹੋ ਗਈ ਵੀ ਉੱਥੇ ਆ ਜਾਣ। ਉਹ ਭੁੱਲਰ ਸਾਹਿਬ ਵਕੀਲ ਆ, ਉਹਨਾਂ ਨੂੰ ਪਤਾ ਕਿਹੜਾ ਨਾਮ ਕਦੋਂ ਲੈਣਾ ਹੈ। ਉਹ ਮੇਰੀ ਗੱਲ ਸੁਣੋ ਜੀ, ਤੁਸੀਂ ਜਿਹੜੇ ਬੰਦੇ ਨੂੰ ਜਿਹੜਾ ਪ੍ਰਵਕਤਾ ਇੰਨੀ ਗੱਲ ਹੀ ਨਾ ਕਹਿ ਸਕੇ, ਉਸ ਪਾਰਟੀ ਦੇ ਵਿੱਚ ਵੀ ਹਿੰਮਤ ਹੋਊਗੀ? ਚਲੋ ਮੈਨੂੰ ਭੁੱਲਰ ਸਾਹਿਬ ਮੈਨੂੰ ਦੱਸੋ, ਉਸ ਪਾਰਟੀ ਦਾ ਬੁਲਾਰਾ ਜੇ ਨਹੀਂ ਨਾਮ ਲੈ ਰਿਹਾ, ਜੇ ਨਾਮ ਲੈ ਦੂਗਾ ਮਾਣਹਾਨੀ ਦਾ ਮੁਕੱਦਮਾ ਤਾਂ ਨਹੀਂ ਕਰੋਗੇ? ਮੈਂ ਕਹਿੰਦਾ ਕਰਨ ਤਾਂ ਸਹੀ, ਮੁੜ ਕੇ ਮਾਫੀ ਨਾ ਮੰਗਣ। ਬਸ ਚੈਲੰਜ ਤਾਂ ਇਹੀ ਕਰ ਰਹੇ ਹੋ ਤੁਸੀਂ, ਉਹ ਤਾਂ ਹੀ ਤਾਂ ਨਾਮ ਨਹੀਂ ਲੈਂਦੇ ਪਏ। ਐ ਕਹਿੰਦਾ ਚੈਲੰਜ ਕਰਦੇ ਆ, ਮੁੜ ਕੇ ਮਾਫੀ ਨਾ ਮੰਗਣ, ਥੁੱਕੇ ਨਾ ਚੁੱਟਣ, ਮੁੜ ਕੇ ਕੇਜਰੀਵਾਲ ਨਾ ਮੰਨ। ਤੇ ਮੈਂ ਰਵਿੰਦਰ ਸਿੰਘ, ਓਪਨ ਚੈਲੰਜ ਕਰਦੇ ਪਏ ਤੁਹਾਨੂੰ, ਓਪਨ ਡਿਬੇਟ ਦੇ ਵਿੱਚ ਹੋਟਲ ਦਾ ਨਾਮ ਕਿਉਂ ਨਹੀਂ ਲੈਂਦੇ ਪਏ ਤੁਸੀਂ? ਕਿਹਨਾਂ ਨੇ ਪੰਜਾਬ ਦੇ ਅੰਦਰ ਬੱਸਾਂ ਚਲਾਈਆਂ ਆਮ ਲੋਕਾਂ ਨੂੰ ਮਾਰਨ ਵਾਲੀਆਂ? ਕਿਹਨਾਂ ਨੇ ਪੰਜਾਬ ਦੇ ਅੰਦਰ ਆਪਣੇ ਨਾਮ ਦੀ ਕੇਬਲ ਚਲਾਈ? ਇੱਕ ਮਿੰਟ ਭੁੱਲਰ ਸਾਹਿਬ ਪਲੀਜ਼ ਹੋਟਲ ਚਲਾਏ, ਭੁੱਲਰ ਸਾਹਿਬ ਜਿਨ੍ਹਾਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ। ਪੰਜਾਬੀਆਂ ਨੇ ਐਡਾ ਵੱਡਾ ਫਤਵਾ ਦੇ ਦਿੱਤਾ, ਪੰਜਾਬੀਆਂ ਨੇ ਐਡਾ ਵੱਡਾ ਕੇਸ ਕਰਤੇ, ਸਾਨੂੰ ਨਾਲੇ ਕੇਸਾਂ ਕੂਸਾਂ ਦੀ ਪਰਵਾਹ ਸਾਨੂੰ ਨਹੀਂ। ਅਸਤਾ ਜਦੋਂ ਸਰਕਾਰ ਸੀਗੀ, ਜਦੋਂ ਕਾਂਗਰਸ, ਰਵਿੰਦਰ ਸਿੰਘ ਬੜੀ ਵੱਡੀ ਸਟੇਟਮੈਂਟ, ਰਵਿੰਦਰ ਸਿੰਘ ਬੜੀ ਵੱਡੀ ਸਟੇਟਮੈਂਟ ਦੇ ਰਹੇ ਹੋ ਤੁਸੀਂ, ਕੀ ਡਰਾਣਗੇ? ਬੜੀ ਵੱਡੀ ਸਟੇਟਮੈਂਟ ਤੁਸੀਂ ਦਿੱਤੀ ਹੈ, ਸਾਨੂੰ ਕੇਸਾਂ ਕੂਸਾਂ ਦਾ ਕੋਈ ਡਰ ਨਹੀਂ। ਜੇ ਨਾਮ ਲੈ ਸਕਦੇ, ਇੱਕ ਮਿੰਟ ਸਰ ਸੁਣ ਤਾਂ ਲਓ ਨਾ, ਨਾਮ ਨਹੀਂ ਲੈ ਸਕਦੇ ਤੁਸੀਂ ਸਰ, ਹਾਂ ਨਾ ਚ ਜਵਾਬ ਦੇ ਦਿਓ। ਇੱਕ ਮਿੰਟ ਸਰ ਸੁਣ ਤਾਂ ਲਓ ਨਾ, ਰਵਿੰਦਰ ਸਿੰਘ ਸਰ ਸੁਣ ਤਾਂ ਲਓ ਨਾ, ਸਵਾਲ ਤਾਂ ਸੁਣ ਲਓ ਨਾ ਸਰ। ਸੁਖ ਵਿਲਾਸ ਨਿਸ਼ਾਨੇ ਤੇ ਹੈ ਜਾਂ ਨਹੀਂ ਸਰ, ਹੈ ਜਾਂ ਨਹੀਂ? ਜਿਹੜਾ ਵੀ ਕੋਈ ਅਦਾਰਾ, ਜਿਹੜੀ ਵੀ ਕੋਈ ਪ੍ਰਾਪਰਟੀ ਪੰਜਾਬ ਸਰਕਾਰ ਦੀ ਪ੍ਰਾਪਰਟੀ ਦੇ ਵਿੱਚ ਬਣੀ ਹੋਈ ਹੈ, ਜਿਹੜੀ ਵੀ ਕੋਈ ਬਿਲਡਿੰਗ ਕਿਸੇ ਨੇ ਆਪਣੇ ਨਿੱਜੀ ਰਸੂਖ ਤੇ ਆਪਣੀ, ਮੈਂ ਸਵਾਲ ਸਿੱਧਾ ਕਰਦਾ, ਮੈਂ ਹੋਰ ਸਵਾਲ ਜ਼ਮੀਨ ਦੇ ਵਿੱਚ ਬਣਾਈ ਹੋਈ ਹੈ, ਉਹ ਸਾਡੇ ਨਿਸ਼ਾਨੇ। ਮੈਂ ਹੋਰ ਸਵਾਲ ਸਪਸ਼ਟ ਕਰਦਾ, ਭਾਵੇਂ ਉਹ ਸਿੱਖ ਵਿਲਾਸ ਹੋਵੇ, ਭਾਵੇਂ ਉਹ ਰੈਡੀਸਨ ਹੋਵੇ, ਭਾਵੇਂ ਕੋਈ ਹੋਰ ਵੱਡੇ ਹੋਟਲ ਹੋਣ, ਭਾਵੇਂ ਉਹ ਰੈਡੀਸਨ ਹੋਵੇ, ਭਾਵੇਂ ਸੁਖ ਵਿਲਾਸ ਹੋਵੇ। ਹਾਂ ਚਲੋ ਇੱਕ ਛੋਟਾ ਬ੍ਰੇਕ ਤੋਂ ਵਾਪਸ ਆਵਾਂਗੇ। ਸਟੇਟਮੈਂਟ ਆ ਚੁੱਕੀ ਹੈ, ਕਿਹੜੇ ਕਮਰੇ ਕਿਰਾਏ ਤੇ ਚੜ੍ਹਨਗੇ, ਸਾਡਾ ਸਵਾਲ ਇਹੀ ਹੈ। ਵਾਪਸ ਆ ਰਹੇ ਐਡਾ ਵਧੀਆ ਹੋਟਲ ਬਣਿਆ, ਉਹਨੂੰ ਢਾਵਾਂਗੇ ਕਿਉਂ? ਉਹਨੂੰ ਕਿਰਾਏ ਤੇ ਦਾਂਗੇ ਆਪਾਂ, ਢਾਉਣਾ ਨਹੀਂ ਕੋਈ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਕਰ ਰਹੇ ਹਾਂ, ਨਜਾਇਜ਼ ਕਬਜ਼ਿਆਂ ਖਿਲਾਫ ਪੰਜਾਬ ਸਰਕਾਰ ਦੇ ਅਲਟੀਮੇਟਮ ਤੇ ਸਿਆਸੀ ਕਲੇਸ਼ ਕਿਉਂ ਪਿਆ? ਮੈਂ ਆ ਰਿਹਾ ਮਿਸਟਰ ਖੜਿਆਲ, ਡਾਕਟਰ ਸਿੰਦਰ ਕਮਲ ਤੁਹਾਡੇ ਕੋਲ ਆ ਰਿਹਾ। ਰਵਿੰਦਰ ਸਿੰਘ, ਤੁਸੀਂ ਇੰਨਾ ਸ਼ਾਨਦਾਰ ਹੋਟਲ ਜਿਹਦਾ ਵੀ ਤੁਸੀਂ ਨਾਮ ਲੈ ਰਹੇ ਹੋ, ਕਿਰਾਏ ਤੇ ਦੋਗੇ ਸਰ? ਉਹ ਤੁਹਾਨੂੰ ਕੇਪੀਜੀ ਕਿਉਂ ਚਿੰਤਾ ਪੈ ਗਈ ਇਹਨਾਂ ਸਰਕਾਰਾਂ ਦੀ? ਸਰ ਚਿੰਤਾ ਮੈਨੂੰ ਇਸ ਕਰਕੇ, ਮੈਨੂੰ ਰਵਿੰਦਰ ਸਿੰਘ ਮੈਂ ਦੱਸ ਦਿੰਦਾ, ਤੁਸੀਂ ਚਿੰਤਾ ਪੁੱਛੀ, ਮੈਂ ਚਿੰਤਾ ਦੱਸ ਦਿੰਦਾ। ਉਹਨਾਂ ਜਿੰਨਾ ਵੀ ਜਿਹੜੀ ਵੀ ਚੀਜ਼ ਤੁਸੀਂ ਗੱਲ ਕਰ ਰਹੇ ਹੋ, ਭਾਵੇਂ ਉਹ ਇੱਕ ਛੋਟੀ ਬਿਲਡਿੰਗ ਹੈ, ਚਾਹੇ ਉਹ ਅਸੀਂ ਦੇਖਣਾ, ਉਹ ਪੰਜਾਬ ਦੇ ਰਵਿੰਦਰ ਮੈਂ ਸਰ ਤੁਸੀਂ ਚਿੰਤਾ ਪੁੱਛੀ ਸਰ, ਮੇਰੀ ਚਿੰਤਾ ਵੀ ਜਾਣ ਲਓ ਨਾ ਸਰ, ਮੇਰੀ ਚਿੰਤਾ ਵੀ ਜਾਣ ਲਓ ਸਰ। ਇਹ ਪੰਜਾਬ ਸਰਕਾਰ ਦੀ ਬੇਨਿਯਮੀ ਹੋਈ ਹੈ ਕਿਸੇ ਤਰੀਕੇ ਦੀ,
ਜੇ ਪੰਜਾਬ ਸਰਕਾਰ ਉਹਨਾਂ ਸਮਿਆਂ ਦੀ ਸਰਕਾਰਾਂ ਨੇ ਆਪਣੇ ਨਿੱਜੀ ਮੈਂ ਆ ਰਿਹਾ ਭੁੱਲਰ ਸਾਹਿਬ। ਸਰਕਾਰ ਦੀ ਜ਼ਮੀਨ ਦੇ ਉੱਪਰ ਕੰਸਟਰਕਸ਼ਨ ਕੀਤੀ ਹੈ ਤਾਂ ਉਹਨਾਂ ਤੇ ਕਾਰ ਰਵਿੰਦਰ ਸਿੰਘ, ਤੁਸੀਂ ਮੇਰੀ ਚਿੰਤਾ ਪੁੱਛੀ ਸੀ, ਮੈਂ ਚਿੰਤਾ ਤੁਹਾਨੂੰ ਦੱਸ ਦਿੰਦਾ ਆਪਦੀ, ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ। ਚਿੰਤਾ ਮੇਰੀ ਇਸ ਕਰਕੇ ਉਹ ਬਹੁਤ ਮਹਿੰਗਾ ਸਰ, ਉਹਦੇ ਕਮਰੇ ਬੜੇ ਮਹਿੰਗੇ ਆ ਸਰ, ਆਮ ਆਦਮੀ ਤਾਂ ਅਫੋਰਡ ਹੀ ਨਹੀਂ ਕਰ ਸਕਦਾ ਸਰ। ਤੇ ਤੁਹਾਡੀ ਆਮ ਆਦਮੀ ਦੀ ਸਰਕਾਰ, ਇੱਕ ਮਿੰਟ ਸਰ ਸੁਣ ਤਾਂ ਲਓ ਨਾ ਸਰ, ਸਵਾਲ ਤਾਂ ਸੁਣ ਲਓ ਪੂਰਾ ਸਰ। ਰਵਿੰਦਰ ਸਿੰਘ, ਆਮ ਆਦਮੀ ਤੁਹਾਡੀ ਸਰਕਾਰ ਹੈ, ਆਮ ਆਦਮੀ ਤੁਸੀਂ ਸਾਰੇ ਬੈਨੀਫਿਟ ਦਿੰਦੇ ਆ, ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸਰ ਕਿਰਾਏ ਤੇ ਦਵੋਗੇ ਕਿਵੇਂ ਸਰ? ਕਿਉਂ, ਕੌਣ ਉਹ ਕਿਰਾਏ ਤੇ ਜਾਊਗਾ ਉੱਥੇ? ਤੁਸੀਂ ਬੇਚਿੰਤ ਹੋ ਜਾਓ ਕੇਪੀ ਜੀ, ਆਮ ਲੋਕ ਹੀ ਕਿਰਾਏ ਤੇ ਲੈਣਗੇ ਉਹਨੂੰ। ਚਲੋ ਠੀਕ ਹੈ। ਹਾਂ ਮਿਸਟਰ ਬੁੱਲਰ, ਗੱਲ ਹੈ ਕਿ ਮੇਰਾ ਪ੍ਰਵਕਤਾ ਜਿਹੜੇ ਸਾਡੇ ਆਮ ਆਦਮੀ ਪਾਰਟੀ ਦਾ ਸਵਾਲ ਹੈ ਕਿ ਲਵਲੀ ਯੂਨੀਵਰਸਿਟੀ ਵਾਲੇ ਨੇ ਜਿਹੜੀ 100 ਏਕੜ ਤੋਂ ਵੱਧ ਕਬਜ਼ਾ ਕੀਤੀ ਹੋਈ, ਉਹ ਕਦੋਂ ਛੁਡਵਾ ਰਹੇ ਹੋ? ਜਿਹੜੀ ਸੀਸੇਵਾਲਾ ਨੇ ਨਜਾਇਜ਼ ਤੌਰ ਤੇ ਗਊਸ਼ਾਲਾ ਦੇ ਵਾਸਤੇ ਕਬਜ਼ਾ ਕੀਤੀ, ਉਹ ਕਦੋਂ ਛੁਡਾਓਗੇ? ਜਿਹੜੀ ਆ ਐਮਐਲਏ ਕੁਲਵੰਤ ਸਿੰਘ ਹੈ, ਇਹਨੇ ਕਬਜ਼ਾ ਕੀਤੀ, ਇਹ ਕਦੋਂ ਛੁਡਵਾਓਗੇ? ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਨਜਾਇਜ਼ ਤੌਰ ਤੇ 4-4 ਕੋਠੀਆਂ ਨਾਲ ਕਬਜ਼ਾ ਕੀਤੀਆਂ ਹੋਈਆਂ ਨੇ, ਉਹ ਕਦੋਂ ਛੁਡਵਾਓਗੇ? ਉਹ ਵੀ ਸਰਕਾਰੀ ਕੋਠੀਆਂ ਨੇ, ਮੁੱਖ ਮੰਤਰੀ ਸਾਹਿਬ ਦੇ ਵਾਸਤੇ ਨਹੀਂ ਹੈਗੀਆਂ। ਚਲੋ ਭੁੱਲਰ ਸਾਹਿਬ, ਛੁਡਵਾਓਗੇ? ਭੁੱਲਰ ਸਾਹਿਬ, ਔਰ ਦੂਸਰੀ ਗੱਲ ਮੈਂ ਪਹਿਲਾਂ ਜਿਹੜਾ ਸਵਾਲ ਕੀਤਾ ਸੀ, 9000 ਏਕੜ ਜਿਹੜੀ ਤੁਸੀਂ ਖਾਲੀ ਕਰਾਈ ਸੀ, ਜਿਹੜੀ ਤੁਸੀਂ ਕਿਹਾ ਦਾਵਾ ਕੀਤਾ ਹੈ ਔਰ ਬਾਰ-ਬਾਰ ਦਾਵਾ ਕਰਦੇ ਹੋ, ਉਥੋਂ ਕਣਕ ਜਾਂ ਝੋਨਾ ਕਿੰਨਾ ਕੱਢਿਆ ਤੁਸੀਂ, ਉਹਦਾ ਦੱਸ ਦਿਓ। ਉਹਦਾ ਕੀ ਕੀਤਾ, ਉਥੋਂ ਕੀ ਆਮਦਨ ਲੈ ਕੇ ਆਏ? ਠੀਕ ਹੈ ਭੁੱਲਰ ਸਾਹਿਬ, ਭੁੱਲਰ ਸਾਹਿਬ, ਭੁੱਲਰ ਉਹਦੇ ਬਾਰੇ ਵੀ ਸਾਹਿਬ, ਜਾਣਨਾ ਪਾ ਦਿਓ। ਠੀਕ ਹੈ ਭੁੱਲਰ ਸਾਹਿਬ। ਰਵਿੰਦਰ ਸਿੰਘ, ਸਟੇਟਮੈਂਟ ਦੇਣਾ ਚਾਹੁੰਦੇ ਤੁਸੀਂ? ਇਹਨਾਂ ਨੇ ਬੜੇ ਸਵਾਲ ਕੀਤੇ ਆ। ਕੋਈ ਸਟੇਟਮੈਂਟ ਦੇਣੀ? ਠੀਕ। ਹਾਂ ਮਿਸਟਰ ਖੜਿਆਲ, ਮਿਸਟਰ ਖੜਿਆਲ, ਵੈਲਕਮ ਕਰਨਾ ਚਾਹੀਦਾ। ਨਜਾਇਜ਼ ਕਬਜ਼ੇ ਜੇ ਹੋਏ ਆ ਤਾਂ ਛਡਾਉਣੇ ਚਾਹੀਦੇ ਆ ਨਾ, ਚਾਹੇ ਉਹ ਕਿਸੇ ਦੇ ਵੀ ਹੋਣ। ਇਹ 'ਚ ਤੁਹਾਨੂੰ ਲੱਗਦਾ ਵੀ ਕੋਈ ਕਮੀ ਪੇਸ਼ੀ ਨਹੀਂ ਹੈ? ਮੈਨੂੰ ਕੀ ਪਤਾ, ਹੁਣ ਤੁਸੀਂ ਵਕੀਲ ਹੋ, ਦੱਸੋ ਨਾ ਕੀ ਕਮੀ ਪੇਸ਼ੀ ਹੈ? ਸਰਕਾਰ ਨੇ ਦਾਅਵਾ ਕਰਤਾ, ਤੁਸੀਂ ਕਿਹਾ, ਤੁਸੀਂ ਸੁਝਾਅ ਦਿੱਤਾ ਵੀ ਵੈਲਕਮ ਕਰਨਾ ਚਾਹੀਦਾ। ਹਾਂ, ਕੀ ਇਹਨੂੰ ਵੈਲਕਮ ਕੀਤਾ ਜਾ ਸਕਦਾ ਜੇ ਇਹ 'ਚ ਕਮੀਆਂ ਪੇਸ਼ੀਆਂ ਨਹੀਂ ਕਰਨੀ ਵੈਲਕਮ? ਗੱਲ ਇਹ ਹੈ ਕਿ ਸੁਝਾਅ ਦੇ ਪਿੱਛੇ ਤਰਕ ਹੋਣਾ ਚਾਹੀਦਾ ਹੈ, ਤੇ ਆਮ ਆਦਮੀ ਪਾਰਟੀ ਦੀ ਇਹ ਪਾਲਿਸੀ 'ਚ ਤਰਕ ਕਿਵੇਂ ਨਹੀਂ ਹੈ, ਇਹ ਮੈਂ ਤੁਹਾਨੂੰ ਸਮਝਾ ਦਿੰਦਾ। ਬੋਲੋ। ਹੁਣ ਸਰਕਾਰ ਨੇ ਕਿਹਾ ਮਈ 31 ਤੱਕ ਘਰ ਖਾਲੀ ਕਰ ਦਿਓ, ਜਿਹੜੀ ਜ਼ਮੀਨ ਤੁਸੀਂ ਨੱਪੀ ਐਨਕਰੋਚ ਕੀਤੀ ਹੈ ਖਾਲੀ ਕਰ ਦਿਓ, ਐਟਸੈਟਰਾ, ਤੇ ਨਹੀਂ ਤਾਂ ਕਹਿੰਦੇ ਅਸੀਂ ਐਕਸ਼ਨ ਲਵਾਂਗੇ। ਦੂਜੇ ਸਾਹ ਦੇ ਵਿੱਚ ਕਹਿੰਦਾ ਵੀ ਜਿਹੜੀ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਐਨਕਰੋਚਮੈਂਟ ਹੈ, ਕਬਜ਼ੇ ਹੈ, ਉਹਦੇ ਵਿੱਚ ਤੁਹਾਨੂੰ ਇਵਿਕਟ ਨਹੀਂ ਕੀਤਾ ਜਾਊਗਾ, ਬਾਹਰ ਨਹੀਂ ਕੱਢਿਆ ਜਾਊਗਾ। ਇਹ ਮੈਨੂੰ ਹੁਣ ਆਮ ਆਦਮੀ ਪਾਰਟੀ ਸਮਝਾਵੇ ਵੀ ਤੁਸੀਂ ਐਕਸ਼ਨ ਲੈਣਾ ਹੈ ਜਾਂ ਤੁਸੀਂ ਐਕਸ਼ਨ ਨਹੀਂ ਲੈਣਾ। ਇਹ ਕਨਫਿਊਜ਼ਨ ਕਿਉਂ ਕ੍ਰੀਏਟ ਆਮ ਆਦਮੀ ਪਾਰਟੀ ਕਰ ਰਹੀ ਹੈ? ਕਿਉਂਕਿ ਐਨਕਰੋਚਮੈਂਟ ਤਾਂ ਐਨਕਰੋਚਮੈਂਟ ਹੈ, ਕਬਜ਼ਾ ਤਾਂ ਕਬਜ਼ਾ ਹੁੰਦਾ ਹੈ। ਤੇ ਕਿਉਂ ਆਮ ਆਦਮੀ ਪਾਰਟੀ ਇਹ ਡਿਫਰੈਂਸ਼ੀਏਟ ਕਰ ਰਹੀ ਹੈ? ਇਹਦਾ ਤਰਕ ਸਾਨੂੰ ਦੱਸੇ, ਕਿਉਂਕਿ ਸਾਨੂੰ ਸਮਝ ਨਹੀਂ ਆ ਰਿਹਾ ਤੇ ਨਾ ਹੀ ਪੰਜਾਬ ਦੇ ਬਸ਼ਿੰਦਿਆਂ ਨੂੰ ਆ ਰਿਹਾ। ਦੂਜਾ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਅਕਸਰ ਕਹਿਣਾ ਹੁੰਦਾ ਕਿ ਅਸੀਂ ਅਮੀਰਾਂ ਦੀ ਸਰਕਾਰ ਨਹੀਂ, ਅਸੀਂ ਗਰੀਬਾਂ ਦੀ ਸਰਕਾਰ ਹੈ। ਬਹੁਤ ਸਾਰੇ ਗਰੀਬਾਂ ਦੇ ਘਰ ਵੀ ਹੋਣਗੇ, ਝੋਪੜੀਆਂ ਵੀ ਹੋਣਗੀਆਂ, ਹੋਰ ਵੀ ਚੀਜ਼ਾਂ ਹੋਣਗੀਆਂ। ਸੋ ਜਦੋਂ ਤੁਸੀਂ ਕਰੋਗੇ ਇਹ ਚੀਜ਼, ਗਰੀਬਾਂ ਨੂੰ ਸਭ ਤੋਂ ਵੱਧ ਧੱਕਾ ਲੱਗਣਾ, ਅਮੀਰਾਂ ਨੂੰ ਤਾਂ ਕਿਹੜਾ ਫਰਕ ਪੈਣਾ? ਇੱਕ ਥਾਂ ਤੋੜ ਦੋਗੇ, ਕੁਝ ਕਰ ਦੋਗੇ, ਦੂਜੀ ਥਾਂ ਲੈ ਲੈਣਗੇ, ਕੋਰਟ ਚਲੇ ਜਾਣਗੇ। ਗਰੀਬਾਂ ਬਾਰੇ ਕੀ ਸੋਚਿਆ ਆਮ ਆਦਮੀ ਪਾਰਟੀ ਨੇ? ਜਿਨ੍ਹਾਂ ਨੂੰ ਤੁਸੀਂ ਡਿਸਪਲੇਸ ਕਰੋਗੇ, ਘਰੋਂ ਕੱਢੋਗੇ, ਉਹਨਾਂ ਦੇ ਘਰ ਉਜਾੜੋਗੇ, ਤੋੜੋਗੇ, ਬੇਘਰ ਕਰੋਗੇ, ਉਹਨਾਂ ਨੂੰ ਫਿਰ ਐਡਜਸਟ ਕਿੱਥੇ ਕਰਨਾ ਹੈ? ਇਹ ਪਲਾਨ ਕੀਤਾ ਜਾਂ ਇਹ ਕਰਨਾ ਹੀ ਨਹੀਂ ਹੈ? ਤੀਜਾ, ਆਮ ਆਦਮੀ ਪਾਰਟੀ ਮੈਨੂੰ ਇਹ ਗੱਲ ਦੱਸੇ ਕਿ ਆਮ ਆਦਮੀ ਪਾਰਟੀ ਜਿਹੜਾ ਕਹਿ ਰਹੇ ਹੈ ਕਿ ਅਸੀਂ ਇਲੀਗਲ ਐਨਕਰੋਚਮੈਂਟ ਰੋਕਣੀ ਹੈ, ਤੇ ਕੀ ਆਮ ਆਦਮੀ ਪਾਰਟੀ ਲਈ ਇਲੀਗਲ ਐਨਕਰੋਚਮੈਂਟ ਦੀ ਕੋਈ ਡੈਫੀਨੇਸ਼ਨ ਸਪੈਸ਼ਲ ਹੈ? ਤੇ ਮੈਨੂੰ ਇਹ ਵੀ ਦੱਸਣ ਕਿ ਇਲੀਗਲ ਐਨਕਰੋਚਮੈਂਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੇਰਾ ਸਵਾਲ ਹੈ, ਕੋਠੀਆਂ ਤੇ ਕਬਜ਼ਾ ਹੋਵੇ ਤੇ ਕੀ ਉਹ ਇਨਕਲੂਡ ਹੁੰਦੀ ਹੈ ਇਲੀਗਲ ਐਨਕਰੋਚਮੈਂਟ ਦੇ ਵਿੱਚ? ਇਹ ਗੱਲ ਦਾ ਵੀ ਜਵਾਬ ਇਹਨਾਂ ਤੋਂ ਲਿਓ। ਤੇ ਲਾਸਟ ਚੀਜ਼, 15 ਮਹੀਨੇ ਹੋ ਗਏ ਕੇਪੀ ਜੀ, ਇਹ ਬੜੀਆਂ ਵੱਡੀਆਂ ਗੱਲਾਂ ਦਾ ਕਰ ਲੈਂਦੇ ਆ। 15 ਮਹੀਨਿਆਂ ਦੇ ਵਿੱਚ ਕਿੰਨੇ ਘਰ ਛੁਡਾ ਲਏ, ਕਿੰਨਾ ਕੁ ਐਕਸ਼ਨ ਕਰ ਲਿਆ, ਕਿੰਨੇ ਕਬਜ਼ੇ ਛੁਡਾ ਲਏ? ਆਮ ਆਦਮੀ ਪਾਰਟੀ ਨੇ 9000 ਏਕੜ ਦੀ ਗੱਲ ਕੀਤੀ ਹੈ। 9000 ਏਕੜ ਮੈਨੂੰ ਐ ਕਰੋ, ਆਪਣਾ ਮਾੜਾ ਜਾਂ 9000 ਛੱਡੋ, ਇਹਦਾ ਅੱਧਾ ਦੱਸ ਦਿਓ ਵੀ ਕਿੱਥੇ ਛੁਡਾਇਆ, ਤਾਂ ਕਿ ਵਜ਼ਨ ਲੱਗੇ, ਹਵਾਈ ਗੱਲ ਨਾ ਲੱਗੇ। ਤੇ ਲਾਸਟ ਚੀਜ਼, ਆਮ ਆਦਮੀ ਪਾਰਟੀ ਕੇਪੀ ਜੀ ਐਤਕੀ ਨਾਂ ਨਹੀਂ ਲੈ ਰਹੀ, ਉਹਦੇ ਵਿੱਚ ਕਾਰਨ ਹੈ, ਮੈਨੂੰ ਲੱਗਦਾ ਜਸਟੀਫਾਈਡ ਵੀ ਹੈ। ਪਹਿਲਾਂ ਆਪਣਾ ਤੈਅ ਚਾ ਕੇ ਇਹਨਾਂ ਨੇ ਹਵਾਈ ਗੱਲਾਂ ਕਰ ਲਿਆ ਸੀਗੀਆਂ, ਠੋਕ ਕੇ ਬਿਆਨ ਦੇਤਾ ਦਿੱਤੇ ਸੀਗੇ, ਤੇ ਬਾਅਦ ਚ ਲਿਖਤੀ ਮਾਫੀਆਂ ਮੰਗਣੀਆਂ ਪਈਆਂ ਸੀ ਆਮ ਆਦਮੀ ਪਾਰਟੀ ਨੂੰ। ਸੋ ਤਾਂ ਕਰਕੇ ਇਹ ਚਾਹੁੰਦੇ ਇਤਿਹਾਸ ਨਾ ਦੁਹਰਾਇਆ ਜਾਵੇ, ਮਾਫੀ ਮੰਗਣ ਦੀ ਫੇਰ ਜ਼ਰੂਰਤ ਨਾ ਪਵੇ, ਸ਼ਾਇਦ ਤਾਂ ਨਾਮ ਲੈਣ ਤੋਂ ਡਰਦੇ ਹੈ। ਲੇਕਿਨ ਦੂਜੇ ਸਾਰੇ ਵਿੱਚ ਕਹਿੰਦੇ ਅਸੀਂ ਐਕਸ਼ਨ ਲਵਾਂਗੇ। ਜਦੋਂ ਪੁੱਛਿਆ ਜਾਂਦਾ ਐਕਸ਼ਨ ਕਿਹਦੇ ਖਿਲਾਫ ਲਓਗੇ, ਨਾਮ ਨਹੀਂ ਲਿਆ ਜਾਂਦਾ। ਸੋ ਆਮ ਆਦਮੀ ਪਾਰਟੀ ਥੋੜਾ ਜਿਹਾ ਜਿਗਰਾ ਪੈਦਾ ਕਰੇ, ਥੋੜਾ ਜਿਹਾ ਦਿਲ ਰੱਖੇ, ਤੇ ਜੇ ਕਹਿੰਦੇ ਹੋ ਵੀ ਐਕਸ਼ਨ ਲਵਾਂਗੇ ਤੇ ਫਿਰ ਬੋਲੋ। ਚਲੋ ਠੀਕ ਹੈ। ਡਾਕਟਰ ਸਿੰਦਰ ਕੰਵਲ, ਵੈਲਕਮ ਸਟੈਪ ਹੈ ਜਾਂ ਨਹੀਂ? ਕਿਉਂਕਿ ਕਾਂਗਰਸ ਤਾਂ ਕਹਿੰਦੀ ਹੈ ਵੈਲਕਮ ਕਿਉਂ ਕਰੀਏ?
ਤੁਹਾਡੀ ਆਵਾਜ਼ ਨਹੀਂ ਆ ਰਹੀ ਡਾਕਟਰ ਕੰਵਲ, ਤੁਸੀਂ ਮਿਊਟ ਕੀਤਾ ਹੋਣਾ ਆਪਦੇ ਆਪ ਨੂੰ, ਮੈਨੂੰ ਲੱਗਦਾ। ਜੀ KP ਜੀ, ਜਿਹੜੀ ਇਹ ਸਾਰਾ ਕੁਝ ਕਰ ਰਹੇ ਆ ਤਾਂ ਇਹ ਜਿਹੜਾ ਫੇਮ ਦੇ ਵਾਸਤੇ ਕਰਨ ਵਾਸਤੇ ਜਿਹੜਾ ਆਪਾਂ ਕਰਦੇ ਪਏ ਆ, ਮੇਰੇ ਖਿਆਲ ਦੇ ਵਿੱਚ ਇਹ ਚੀਜ਼ਾਂ ਧਿਆਨ ਦੇਣ ਯੋਗ ਵੀ ਨੇ। ਤੇ ਜੇਕਰ ਇਹ ਚੀਜ਼ ਵੈਲਕਮ ਕੀਤੀ ਜਾਂਦੀ ਹੈ ਤਾਂ ਉਹਨਾਂ ਥਾਵਾਂ ਦੇ ਉੱਤੇ ਵੈਲਕਮ ਜ਼ਰੂਰ ਕੀਤੀ ਜਾਊਗੀ ਜਿੱਥੇ ਕਿਤੇ ਦੂਸਰਿਆਂ ਦੀਆਂ ਜ਼ਮੀਨਾਂ ਵੀ ਜਿਹੜੀਆਂ ਨੇ ਵੱਡੇ ਰਸੂਖਦਾਰਾਂ ਨੇ ਮੱਲੀਆਂ ਸੀਗੀਆਂ। ਪਰ ਜਿਵੇਂ ਹਰਜੀਤ ਵੀਰ ਜੀ ਨੇ ਕਿਹਾ ਵਾ ਕਿ ਵੱਡੇ ਰਸੂਖਦਾਰਾਂ ਦੇ ਵਿੱਚ ਇਹਨਾਂ ਨੇ ਉਹ ਪਿਨ ਪੁਆਇੰਟ ਪਿਕ ਐਂਡ ਚੂਜ਼ ਲੋਕ ਕੀਤੇ ਸੀ ਜਿਹੜੇ ਕਿ ਬਾਅਦ ਦੇ ਵਿੱਚ ਅਗਲੇ ਦਿਨ ਹੀ ਜਾ ਕੇ ਸਟੇ ਲੈ ਕੇ ਆ ਕੇ ਉਹਨਾਂ ਨੇ ਉਹ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਮਤਲਬ ਰਫਾ ਦਫਾ ਹੋ ਗਏ ਸੀਗੇ ਕੇਸ। ਤੋਂ ਪਿਕ ਐਂਡ ਚੂਜ਼ ਵਾਲਾ ਜਿਹੜਾ ਮਾਮਲਾ ਵਾ ਉਹ ਨਾ ਇਹ ਸਰਕਾਰ ਵਰਤੇ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਜੇਕਰ ਇਹ ਸਫਾਇਆ ਘਰ ਤੋਂ ਹੋਣਾ ਸ਼ੁਰੂ ਹੋਵੇ, ਸੀਚੇਵਾਲ ਸਾਹਬੁਰਾ ਵਾਲਾ ਜਿਹੜਾ ਜੰਗਲਾਤ ਮਹਿਕਮੇ ਦੀ ਜ਼ਮੀਨ ਵਾਲਾ ਵਾ, ਜੇਕਰ ਸੁਖ ਵਿਲਾਸ ਦੀ ਗੱਲ ਆ ਤਾਂ ਉਹ ਵੀ ਜੰਗਲਾਤ ਮਹਿਕਮੇ ਦੇ ਵਿੱਚ ਜੇ ਆਉਂਦੀ ਆ ਤਾਂ ਕਿਤੇ ਨਾ ਕਿਤੇ ਉਹ ਦੋਵੇਂ ਚੀਜ਼ਾਂ ਜਿਹੜੀਆਂ ਨੇ ਇੱਕੋ ਥਾਂ ਤੇ ਇੱਕੋ ਜਿਹਾ ਮੁਹਾਂਦਰਾ ਦਿੰਦੀਆਂ ਨੇ। ਤਾਂ ਉਹ ਚੀਜ਼ਾਂ ਸਾਨੂੰ ਜੇਕਰ ਅਸੀਂ ਸਫਾਈ ਕਰਨ ਤੁਰੇ ਆ ਤਾਂ ਘਰ ਤੋਂ ਪਹਿਲਾਂ ਮਤਲਬ ਸਟਾਰਟ ਕਰਨਾ ਚਾਹੀਦਾ। ਜੇਕਰ ਲਵਲੀ ਯੂਨੀਵਰਸਿਟੀ ਵਾਲੀ ਗੱਲ ਹੁੰਦੀ ਆ, ਤੁਸੀਂ ਦੇਖੋ ਕਿ ਮੈਨੂੰ ਲੱਗਦਾ ਹੈ ਕਿ ਜੇਕਰ ਆਪਾਂ ਬੜੀ ਕੋਖ ਦੇ ਨਾਲ ਗੱਲ ਕਰਾਂਗੇ ਨਾ ਤਾਂ ਬਹੁਤ ਸਾਰੇ ਜਿਹੜੇ ਜੱਟ ਜ਼ਿਮੀਂਦਾਰ ਇਸ ਸਮੇਂ ਵਿਧਾਨ ਸਭਾ ਦੇ ਵਿੱਚ ਐਜ਼ ਏ MLA ਬਣ ਕੇ ਬੈਠੇ ਆ ਤੇ ਉਹਨਾਂ ਦੀਆਂ ਖੁਦ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਇਸ ਦੇ ਥੱਲੇ ਹੀ ਵਕਦੀਆਂ ਹੋਣੀਆਂ ਵਾ। ਇਹ ਚੀਜ਼ਾਂ ਨੋਟਿਸ ਕਰਨ ਵਾਲੀਆਂ ਨੇ। ਦੂਜੀ ਗੱਲ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਦੇਖੋ ਜਿਹੜੇ ਛੋਟੇ ਕਿਸਾਨ ਨੇ, 2-2 ਜਿਹੜੇ ਏਕੜ ਨੇ, 3-3 ਏਕੜ ਨੇ, ਉਹਨਾਂ ਪਰਿਵਾਰ ਨੇ, ਉਹਨਾਂ ਦੇ ਕਰਜ਼ੇ ਨੇ ਸਿਰ ਤੇ। ਮੈਨੂੰ ਇਸ ਚੀਜ਼ ਦਾ ਖਦਸ਼ਾ ਵਾ ਕਿ ਜਿਹੜੀਆਂ ਪੱਗਾਂ ਸਾਡੇ ਸਿਰਾਂ ਦੇ ਉੱਤੇ ਕਿਸਾਨਾਂ ਦੇ ਸੋਹਣੀਆਂ ਵੱਜੀਆਂ ਸੀਗੀਆਂ, ਕਰਜ਼ੇ ਦੀ ਮਾਰ ਨੇ ਉਹ ਗਲਾਂ 'ਚ ਲੈ ਜਾਂਦੀਆਂ ਸੀ, ਕਿਤੇ ਫੇਰ ਨਾ ਇਹ ਫਾਂਸੀਆਂ ਦੇ ਫੰਦਿਆਂ ਵਾਲੇ ਤੇ ਅਗਲੇ ਲਤੀਫਪੁਰੇ ਬਣਾਉਂਦੇ ਹੋਣ। ਤੋਂ ਘੱਟੋ ਘੱਟ ਭਾਵੇਂ ਉਹ ਐਕਟ ਦੇ ਅਧੀਨ ਆਉਂਦੀਆਂ ਨੇ ਚੀਜ਼ਾਂ, ਭਾਵੇਂ ਉਹ ਸੁਪਰੀਮ ਕੋਰਟ ਦੇ ਅਧੀਨ ਆਉਂਦੀਆਂ ਨੇ ਚੀਜ਼ਾਂ, ਪਰ ਘੱਟੋ ਘੱਟ ਸਾਨੂੰ ਉਹਨਾਂ ਲੋਕਾਂ ਦੀ ਰਿਹਾਇਸ਼ਗਾਹ, ਉਹਨਾਂ ਨਿੱਕੇ ਨਿੱਕੇ ਬੱਚਿਆਂ ਦੀਆਂ ਰਿਹਾਇਸ਼ਗਾਹਾਂ ਜਿਨ੍ਹਾਂ ਤੋਂ ਰੋਟੀਆਂ ਚੱਲਦੀਆਂ ਨੇ, ਘੱਟੋ ਘੱਟ ਸਾਨੂੰ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ। ਫਿਰ ਅਸੀਂ ਕਹਿੰਦੇ ਆ ਕਿ ਦੂਸਰੀਆਂ ਪਾਰਟੀਆਂ ਕਿਸਾਨ ਵਿਰੋਧੀ ਨੇ ਤੇ ਅਸੀਂ ਕਿਸਾਨਾਂ ਦੇ ਹਿਤੈਸ਼ੀ ਹੋਣ ਦੀ ਗੱਲ ਕਰਦੇ ਆ। ਇੱਥੇ ਉਹ ਜਿਹੜੇ ਛੋਟੇ ਬੇਜ਼ਮੀਨੇ, ਅਗਲੀ ਗੱਲ ਇੱਕ ਹੋਰ KP ਜੀ, ਬਹੁਤ ਸਾਰੇ ਜਿਹੜੇ SC ਵਰਗ ਦੇ ਲੋਕ ਸੀਗੇ, ਜਦੋਂ ਇਹਨਾਂ ਨੂੰ ਡੀਪੂਲ ਕੀਤਾ ਜਾਂਦਾ ਵਾ, ਸਾਰੀਆਂ ਜਦੋਂ ਵੰਡੀਆਂ ਜਾਂਦੀਆਂ ਨੇ ਜ਼ਮੀਨਾਂ, ਉਦੋਂ SC ਕੈਟਾਗਰੀ ਦੀਆਂ ਜ਼ਮੀਨਾਂ ਨੂੰ ਜਿਹੜੇ ਵੱਡੇ ਧਨਾੜ ਲੋਕ ਨੇ, ਕੋਈ ਬੰਦਾ ਖਿਲਾਰ ਕੇ ਜਿਹੜੇ ਨੇ ਆਪ ਰੱਖ ਲੈਂਦੇ ਨੇ। ਬਹੁਤ ਸਾਰੇ ਲੋਕ, ਮੈਂ ਫਿਰ ਗੱਲ ਕਹੂੰਗੀ, ਵਿਧਾਨ ਸਭਾ ਦੇ ਵਿੱਚ ਉਹ ਬਹੁਤ ਸਾਰੇ ਲੋਕ ਹੋਣਗੇ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੋਏਗਾ। ਤੋਂ ਹਰ ਇੱਕ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਖਦਸ਼ੇ ਸਿਰਫ ਇਹੀ ਆਉਂਦੇ ਨੇ ਕਿ ਬਾਅਦ ਦੇ ਵਿੱਚ ਫੇਰ ਕਿਤੇ ਨਵੇਂ ਲਤੀਫਪੁਰੇ ਨਾ ਬਣਦੇ ਹੋਣ, ਬਾਅਦ ਦੇ ਵਿੱਚ ਫੇਰ ਕਿਤੇ ਨਵੀਆਂ ਪੱਗਾਂ ਗਲਾਂ ਦੇ ਵਿੱਚ ਨਾ ਪੈਂਦੀਆਂ ਦਿਖਦੀਆਂ ਹੋਣ। ਠੀਕ। ਰਵਿੰਦਰ ਸਿੰਘ, ਵਾਰ-ਵਾਰ ਸਾਰੇ ਪੋਲੀਟੀਕਲ ਪਾਰਟੀਆਂ ਦੇ ਸਪੋਕਸਪਰਸਨ ਨੇ ਸਵਾਲ ਕਰਦੇ ਪਏ ਆ, ਯੂਨੀਵਰਸਿਟੀ ਦਾ ਮਸਲਾ, ਗਊਸ਼ਾਲਾ ਦਾ ਮਸਲਾ, ਤੁਸੀਂ ਇਹਦਾ ਜਵਾਬ ਕਿਉਂ ਨਹੀਂ ਦਿੰਦੇ ਪਏ? ਵਿਧਾਨ ਸਭਾ ਵਿੱਚ ਵੀ ਇਹ ਸਵਾਲ ਉੱਠਿਆ ਸੀ ਰਵਿੰਦਰ ਸਿੰਘ, ਉੱਥੇ ਜਵਾਬ ਦਿੱਤਾ ਗਿਆ ਸੀਗਾ ਗਊਸ਼ਾਲਾ ਵਾਲੇ ਮਸਲੇ ਤੇ। KP ਜੀ, ਜਿਹੜੀ ਗੱਲ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ। ਕਰਪਸ਼ਨ ਦੇ ਮਾਮਲੇ ਦੇ ਉੱਪਰ ਵੀ ਸਾਰੀ ਪਾਰਟੀਆਂ ਇਹੀ ਕਹਿੰਦੀਆਂ ਹੈ ਕਿ ਪਿਕ ਐਂਡ ਚੂਜ਼ ਦਾ ਮਾਮਲਾ ਕਰਦੇ ਹੈ ਜੀ, ਫਲਾਣੇ ਤੇ ਕੰਮ ਨਹੀਂ ਕੀਤਾ, ਧਮਕਾਣੇ ਤੇ ਕੰਮ ਨਹੀਂ ਕੀਤਾ। ਪਰ ਆਮ ਆਦਮੀ ਪਾਰਟੀ ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਵਾਹਿਦ ਇੱਕ CM ਨੇ ਜਿਹੜੇ ਕਹਿੰਦੇ ਨੇ ਕਿ ਜਦੋਂ ਵਿਜੀਲੈਂਸ ਕਾਰਵਾਈ ਕਰਦੀ ਹੈ ਤਾਂ ਇਹ ਨਹੀਂ ਦੇਖਦੀ ਕਿ ਬ੍ਰੈਕਟ ਦੇ ਵਿੱਚ ਪਾਰਟੀ ਕਿਹੜੀ ਹੈ, ਭਾਵੇਂ ਸਾਡੀ ਪਾਰਟੀ ਹੋਵੇ, ਭਾਵੇਂ ਕੋਈ ਹੋਰ ਪਾਰਟੀ ਦਾ ਬੰਦਾ ਹੋਵੇ, ਅਸੀਂ ਕਾਰਵਾਈ ਕਰਨ ਲੱਗੇ ਪਾਰਟੀ ਨਹੀਂ ਦੇਖਦੀ। ਸਰ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੁੱਖ ਮੰਤਰੀ ਸਾਹਿਬ ਨੇ ਸਟੇਟਮੈਂਟ ਦਿੱਤੀ ਹੈ। ਆਮ ਕਮਿੰਗ ਟੂ ਦਾ ਪੁਆਇੰਟ ਓਨਲੀ। ਆਮ ਕਮਿੰਗ ਟੂ ਦਾ ਪੁਆਇੰਟ ਓਨਲੀ ਕਿ ਜੇ ਸਾਡੇ ਕਿਸੇ, ਈਵਨ ਤੁਸੀਂ ਵੱਡੇ ਲੀਡਰਸ ਦਾ ਨਾਮ ਲਿਆ, ਸਾਡੇ ਕਿਸੇ ਵਲੰਟੀਅਰ ਨੇ ਵੀ ਕੋਈ ਇਨਕਰੋਚਮੈਂਟ ਕੀਤੀ ਹੋਈ ਹੈ, ਅਸੀਂ ਉਹਦੇ ਉੱਪਰ ਵੀ ਕਾਰਵਾਈ ਕਰਾਂਗੇ। ਤੁਸੀਂ ਸਰ ਟੂ ਦਾ ਪੁਆਇੰਟ ਸਟੇਟਮੈਂਟ ਦੇ ਸਕਦੇ ਹੋ ਰਵਿੰਦਰ ਸਿੰਘ ਜੀ? ਰਵਿੰਦਰ ਸਿੰਘ ਟੂ ਦਾ ਪੁਆਇੰਟ ਸਟੇਟਮੈਂਟ ਦੇ ਸਕਦੇ ਹੋ? ਦਿਸ ਇਜ਼ ਦਾ ਪੋਲੀਟੀਕਲ ਸਟੇਟਮੈਂਟ ਜਿਹੜੀ ਹੁਣ ਤੁਸੀਂ ਦਿੱਤੀ ਹੈ। ਉਹਨਾਂ ਨੇ ਗਊਸ਼ਾਲਾ ਤੇ ਯੂਨੀਵਰਸਿਟੀ ਦਾ ਸਵਾਲ ਕੀਤਾ, ਜਵਾਬ ਦੇ ਸਕਦੇ ਹੋ ਸਰ ਜਾਂ ਨਹੀਂ? ਉਹਦੇ ਵੀ ਕਾਰਵਾਈ ਹੋਊਗੀ। ਜੇ ਵੈਸੇ ਤਾਂ ਜਿਹੜੀ ਤੁਸੀਂ ਜਲੰਧਰ ਵਾਲੀ ਗੱਲ ਕਰ ਰਹੇ ਹੋ, ਜਲੰਧਰ ਵਾਲੇ ਮਾਮਲੇ ਦੇ ਵਿੱਚ ਪ੍ਰੋਪਰ ਡੀਮਾਰਕੇਸ਼ਨ ਹੋ ਚੁੱਕੀ ਹੈ, 2 ਰਿਪੋਰਟਸ ਵੀ ਆ ਚੁੱਕੀਆਂ ਨੇ, ਤਹਿਸੀਲਦਾਰ ਦੀ ਤੇ SDM ਦੀ, ਤੇ ਉਹਦੇ ਚ ਕੋਈ ਇਨਕਰੋਚਮੈਂਟ ਜਿਹੜੀ ਹੈਗੀ ਆ ਉਹ ਨਹੀਂ ਫਾਊਂਡ ਹੋਈ ਹੈਗੀ। ਚਲੋ ਗਊਸ਼ਾਲਾ ਦੇ ਮਾਮਲੇ ਇਜ਼ ਇਟ ਪੋਸੀਬਲ? ਇੱਕ ਮਿੰਟ ਡਾਕਟਰ ਸਿੰਧ ਕਮਲ, ਇੱਕ ਮਿੰਟ ਪਲੀਜ਼ ਸੁਣ ਲੈਣ ਦਿਓ ਮੈਨੂੰ, ਸੁਣ ਲੈਣ ਦਿਓ ਡਾਕਟਰ ਸਿੰਧ ਕਮਲ, ਇੱਕ ਮਿੰਟ ਪਲੀਜ਼ ਡਾਕਟਰ ਕਮਲ, ਇੱਕ ਮਿੰਟ ਪਲੀਜ਼ ਡਾਕਟਰ ਕਮਲ, ਇੱਕ ਮਿੰਟ ਸੁਣ ਲੈਣ ਦਿਓ ਮੈਨੂੰ। ਨਹੀਂ ਹੈ ਜਿਹੜਾ ਤੁਸੀਂ ਗਊਸ਼ਾਲਾ ਵਾਲਾ ਮਾਮਲਾ, ਉਹਦੇ ਚ ਕੋਈ ਆਫੀਸ਼ੀਅਲ ਰਿਪੋਰਟ ਮੇਰੇ ਕੋਲ ਨਹੀਂ ਹੈ। ਇਸ ਮਾਮਲੇ ਦੇ ਉੱਪਰ ਵੀ ਕਲੈਰੀਫਿਕੇਸ਼ਨ ਹੋ ਜੂਗੀ, ਤੇ ਜੇ ਔਨ ਰਿਕਾਰਡ ਮੈਂ ਕਹਿ ਰਿਹਾ ਇਫ ਦੇ ਹੈਵ ਡਨ ਸਮਥਿੰਗ ਰੋਂਗ, ਉਹਨਾਂ ਤੇ ਵੀ ਉਦਾਂ ਹੀ ਐਕਸ਼ਨ। ਚਲੋ, ਜਿਹੜੇ ਕੋਠੀਆਂ ਬਣੀਆਂ ਨਜਾਇਜ਼ ਜ਼ਮੀਨਾਂ ਤੇ ਉਹ ਛਡਾਈਆਂ ਜਾਣਗੀਆਂ? ਬਿਲਕੁਲ। ਚਲੋ, ਡਾਊਟ ਐਨੀ ਡਾਊਟ। ਚਲੋ, ਮੈਂ ਆ ਰਿਹਾ ਛੋਟਾ ਬ੍ਰੇਕ ਲੈ ਕੇ ਆ ਰਿਹਾ। ਮੈਨੂੰ ਪਤਾ ਦੋਨਾਂ ਸਵਾਲ ਮੈਂ ਪਤਾ ਲਾਉਂਗਾ ਸਵਾਲ। ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਕਿਹੜੇ ਕਮਰੇ ਕਿਰਾਏ ਤੇ ਚੜ੍ਹਨ ਕੇ ਸਵਾਲ ਇਹੀ ਹੈ। ਵਾਪਸ ਆ ਰਹੇ। ਐਡਾ ਵਧੀਆ ਹੋਟਲ ਬਣਿਆ, ਉਡਾਵਾਂਗੇ ਕਿਉਂ? ਉਹਨੂੰ ਕਿਰਾਏ ਤੇ ਦਾਂਗੇ ਆਪਾਂ।
ਢਾਣਾ ਦੀ ਗੱਲ ਵੀ। ਮੁੜ ਤੋਂ ਤੁਹਾਡਾ ਸਵਾਗਤ। ਵੱਡਾ ਸਵਾਲ ਇਹ ਪੁੱਛ ਰਹੇ ਨਜਾਇਜ਼ ਕਬਜ਼ਿਆਂ ਖਿਲਾਫ ਪੰਜਾਬ ਸਰਕਾਰ ਦੇ ਅਲਟੀਮੇਟਮ ਤੇ ਸਿਆਸੀ ਕਲੇਸ਼ ਕਿਉਂ ਪਿਆ। ਹਾਂਜੀ ਡਾਕਟਰ ਕਮਲ ਕੀ ਕਹਿਣਾ ਚਾਹ ਰਹੇ ਹੋ, ਬੋਲੋ ਫਟਾਫਟ। ਹਾਂਜੀ ਬੋਲੋ ਡਾਕਟਰ ਕਮਲ ਕੀ ਕਹਿਣਾ ਚਾਹ ਰਹੇ ਸੀ। ਜੀ ਮੈਂ ਰਵਿੰਦਰ ਜੀ ਦੀ ਹੀ ਗੱਲ ਦੁਬਾਰਾ ਕਰਨਾ ਚਾਹੁੰਦੀ ਸੀਗੀ ਕਿ ਅਸਲ ਦੇ ਵਿੱਚ ਜਿਹੜੀਆਂ ਗੱਲਾਂ ਇਹ ਕਹਿ ਰਹੇ ਨੇ ਉਹ ਬੇਸਿਕਲੀ ਐ ਲੱਗ ਰਹੀਆਂ ਨੇ ਕਿ ਜਿਸ ਤਰ੍ਹਾਂ ਨਾ ਅਸੀਂ ਹੁਣ ਲੋਕਾਂ ਨੂੰ ਇੰਜ ਸਮਝਣ ਲੱਗ ਗਏ ਆ ਕਿ ਵੋਟਾਂ ਪਾਤੀਆਂ ਨੇ ਤਾਂ ਚਲੋ ਠੀਕ ਹੈ ਜੀ। ਹੁਣ ਬਾਅਦ ਦੇ ਵਿੱਚ ਅਸੀਂ ਤੁਸੀਂ ਦੇਖੋ ਜਦੋਂ ਬਿਜਲੀ ਦੇ ਰੇਟਾਂ ਦੀ ਗੱਲ ਆਉਂਦੀ ਆ ਉਦੋਂ ਵੀ ਅਸੀਂ ਬਦਲ ਜਾਂਦੇ ਆ। ਜਦੋਂ ਅਸੀਂ ਗੱਲ ਕਰਦੇ ਆ, ਮੈਂ ਇੱਕ ਗੱਲ ਇੱਥੇ ਕਹਿਣਾ ਚਾਹੁੰਦੀ ਆ ਕਿ ਜਦੋਂ ਅਸੀਂ ਜਾਈਏ ਨਾ ਸੁਲਤਾਨਪੁਰ ਲੋਧੀ ਤੇ ਸੁਲਤਾਨਪੁਰ ਲੋਧੀ ਜਦੋਂ ਨਹਿਰ ਦੇ ਕੰਢੇ ਅਸੀਂ ਜਾਂਦੇ ਆ ਤਾਂ ਉਹ ਸਾਰੇ ਦਾ ਸਾਰਾ ਚੀਜ਼ ਬਿਲਕੁਲ ਕਲੀਅਰ ਨਜ਼ਰ ਆਉਂਦੀ ਆ, ਜਿਹੜੀ ਕਿ ਹੁਣ ਅਸੀਂ ਡਿਬੇਟ ਦੇ ਵਿੱਚ ਸੋਚਦੇ ਪਏ ਆ ਕਿ ਸ਼ਾਇਦ ਉਹ ਸਾਡੇ ਕੋਲ ਰਿਪੋਰਟ ਨਹੀਂ ਆਈ। ਤਾਂ ਜਿਹੜੀਆਂ ਗੱਲਾਂ ਘੱਟੋ ਘੱਟ ਸਾਨੂੰ ਅੱਖਾਂ ਦੇ ਸਾਹਮਣੇ ਨਜ਼ਰ ਆਉਂਦੀਆਂ ਨੇ ਤਾਂ ਉਹਨਾਂ ਨੂੰ ਅਸੀਂ ਝੁਠਲਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਬੈਟਰ ਇਹੀ ਆ ਕਿ ਅਸੀਂ ਕੋਈ ਵੀ ਐਕਸ਼ਨ ਲੈਂਦੇ ਆ ਨਾ, ਚਾਹੇ ਉਹ ਐਕਟ ਦੇ ਅਧੀਨ ਆ, ਪਰ ਉੱਥੇ ਹਿਊਮਨ ਰਾਈਟਸ ਦਾ ਤੇ ਉੱਥੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਧਿਆਨ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਆ। ਚਲੋ ਅਰਸ਼ਪ੍ਰੀਤ ਖੜਿਆਲ ਤੁਹਾਡਾ ਕੋਠੀਆਂ ਵਾਲਾ ਸਵਾਲ ਸੀਗਾ, ਮੈਂ ਲੈ ਲਿਆ, ਬੋਲੋ। ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੇਰਾ ਪਹਿਲਾ ਸਵਾਲ ਕਿ 9000 ਕਰੋੜ ਏਕੜ ਜਿਹੜੇ ਤੁਸੀਂ ਅਲੈਜਡਲੀ ਕਹਿੰਦੇ ਹੋ ਅਸੀਂ ਖਾਲੀ ਕਰਵਾਏ ਆ ਪਹਿਲਾਂ, ਉਹਨਾਂ ਚੋਂ ਇੱਕ ਵੀ ਆਮ ਆਦਮੀ ਪਾਰਟੀ ਦੇ ਵਰਕਰ ਦੀ ਕੋਈ ਜਗ੍ਹਾ ਸੀਗੀ? ਇੱਕ ਵੀ 9000 ਏਕੜ ਚੋਂ ਕੋਈ ਵਰਕਰ ਹੋਵੇ, ਕੋਈ ਤੁਹਾਡਾ ਐਸੋਸੀਏਟਡ ਹੋਵੇ, ਉਹਦਾ ਨਾਮ ਦੱਸ ਦਿਓ ਜੱਸੀ। ਜੇ ਨਹੀਂ ਦੱਸ ਸਕੇ ਤਾਂ ਉਹਦਾ ਇਹ ਮਤਲਬ ਹੈ ਕਿ ਇਹ ਪੋਲੀਟੀਕਲ ਵੈਂਡੇਟਾ ਇੱਥੇ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਖੜਿਆਲ ਸਾਹਿਬ ਇਹ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਦਾ ਨਹੀਂ ਬੰਦਾ ਹੈਗਾ ਤਾਂ ਪੋਲੀਟੀਕਲ ਵੈਂਡੇਟਾ ਇਹ ਜ਼ਰੂਰੀ ਹੈ? ਬਿਲਕੁਲ ਜ਼ਰੂਰੀ ਹੈ। ਜੋ ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ ਜ਼ੀਰੋ ਟੋਲਰੈਂਸ ਹੈ। ਉਹ ਤਾਂ ਕਹਿੰਦੇ ਕੱਟੜ ਇਮਾਨਦਾਰ ਆ ਅਸੀਂ, ਤੁਸੀਂ ਉਹਨਾਂ ਦੇ ਸਵਾਲ ਚੁੱਕ ਰਹੇ ਹੋ ਮਿਸਟਰ ਖੜਿਆਲ। ਦੱਸਦਾ ਮੈਂ ਆ ਰਿਹਾ ਮਿਸਟਰ ਬੋਲਦਾ ਰਿਹਾ। ਹਾਂ ਸੁਣ ਲਓ ਨਾ, ਐਲਪੀਯੂ ਦਾ ਸਵਾਲ ਚੱਕਿਆ ਫੈਲੋ ਪੈਨਲਿਸਟ ਨੇ, ਉਹਦਾ ਜਵਾਬ ਆਇਆ ਕੋਈ? ਆਮ ਆਦਮੀ ਪਾਰਟੀ ਨੂੰ ਮੈਂ ਦੂਜਾ ਸਵਾਲ ਪੁੱਛਦਾ, ਉਹ ਵੀ ਛੱਡ ਦਿਓ ਕਿ ਕੋਈ ਪੰਚਾਇਤ ਲੈਂਡ ਤੇ ਪੰਚਾਇਤੀ ਜ਼ਮੀਨ ਤੇ ਕਿਸੇ ਯੂਨੀਵਰਸਿਟੀ ਦੀ ਕੋਈ ਇਮਾਰਤ ਖੜੀ ਹੋਈ ਹੈ ਪੰਜਾਬ ਦੇ ਵਿੱਚ, ਤੇ ਜੇ ਇਹ ਇਮਾਰਤ ਖੜੀ ਕੀਤੀ ਗਈ ਹੈ ਪੰਚਾਇਤੀ ਲੈਂਡ ਤੇ ਕੀ ਉਹ ਠੀਕ ਹੈ? ਤੇ ਜੇ ਹੋਇਆ ਤੇ ਇਹਦੇ ਖਿਲਾਫ ਐਕਸ਼ਨ ਕੋਈ ਲਓਗੇ ਜਾਂ ਨਹੀਂ ਲਓਗੇ ਤਾਂ ਲੈ ਲਓ ਜਵਾਬ। ਚਲੋ ਮੈਂ ਲੈਣਾ। ਪੰਚਾਇਤੀ ਜ਼ਮੀਨ ਤੇ ਕੋਈ ਯੂਨੀਵਰਸਿਟੀ ਬਣੀ ਹੈ ਰਵਿੰਦਰ ਸਿੰਘ? ਇਹ ਸਾਡੀ ਜਾਣਕਾਰੀ 'ਚ ਤਾਂ ਹੈ ਨਹੀਂ। ਜੇ ਖੜਿਆਲ ਸਾਹਿਬ ਦੀ ਕੋਈ ਜਾਣਕਾਰੀ 'ਚ ਹੈ ਤਾਂ ਦੱਸੇ, ਐਕਸ਼ਨ ਜ਼ਰੂਰ ਲਿੱਤਾ ਜਾਊਗਾ। ਤੇ ਐਲਪੀਯੂ ਬਾਰੇ ਸ਼ਾਇਦ ਖੜਿਆਲ ਸਾਹਿਬ ਨੇ ਕਿਹਾ ਨੂੰ ਯਾਦ ਨਹੀਂ ਹੈਗਾ ਜਾਂ ਸੁਣਿਆ ਨਹੀਂ, ਮੈਂ ਦੇ ਦਿੱਤਾ ਜਵਾਬ ਪਹਿਲਾਂ ਕਿ ਉਹਦੇ ਤੇ ਰਿਪੋਰਟਸ ਜਿਹੜੀਆਂ ਹੈਗੀਆਂ ਉਹ ਨਸ਼ਰ ਹੋਈਆਂ ਨੇ, ਪ੍ਰੋਪਰ ਡੀਮਾਰਕੇਸ਼ਨ ਉਸ ਪ੍ਰਾਪਰਟੀ ਦੀ ਕੀਤੀ ਗਈ ਹੈ ਤੇ ਉਹਦੇ ਤੇ ਇਨਕਰੋਚਮੈਂਟ ਨਹੀਂ ਫਾਈਂਡ ਆਊਟ। ਚਲੋ ਕਿਹਨੇ ਕੀਤੀ ਹੈ? ਇੱਕ ਸੈਕਿੰਡ ਕਿਹਨੇ ਕੀਤੀ ਹੈ ਰਿਪੋਰਟ? ਡੀਮਾਰਕੇਸ਼ਨ ਕੌਣ ਕਰਦਾ ਹੈ ਆਪਣਾ ਖੜਿਆਲ ਸਾਹਿਬ? ਨਹੀਂ ਇਹ ਰਿਪੋਰਟ ਕੌਣ ਕਰਦਾ ਹੈ? ਨਿਸ਼ਾਨਦੇਹੀ ਕੌਣ ਕਰਦਾ ਹੈ? ਰੈਵਨਿਊ ਡਿਪਾਰਟਮੈਂਟ ਨੇ ਕੀਤੀ ਹੈ। ਇਹ ਰਿਪੋਰਟ ਕਿਹਨੇ ਕੀਤੀ ਹੈ? ਪ੍ਰੋਪਰ ਨਕਸ਼ਾ ਜਿਹੜੀ ਮਸਾਵੀ ਸੀਗੀ ਉਸ ਹਿਸਾਬ ਦੇ ਨਾਲ ਜਿਹੜੀ ਹੈਗੇ ਡੀਮਾਰਕੇਸ਼ਨ ਹੋਈ ਹੈ। ਐਸਡੀਐਮ ਸਾਹਿਬ ਦੀ ਰਿਪੋਰਟ ਨਸ਼ਰ ਹੈ, ਤੁਸੀਂ ਪੜ੍ਹ ਸਕਦੇ ਹੋ। ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਔਨ ਰਿਕਾਰਡ ਕਿ 9000 ਏਕੜ ਦੇ ਵਿੱਚ ਇੱਕ ਵੀ ਵਿਅਕਤੀ ਆਮ ਆਦਮੀ ਪਾਰਟੀ ਦਾ ਨਹੀਂ ਹੈ ਜਿਹਦੀ ਐਨਕਰੋਚਮੈਂਟ ਹੈ, ਇਹੀ ਕਹਿ ਰਹੇ ਹੋ ਨਾ? ਬਿਲਕੁਲ। ਇੱਥੋਂ ਆਮ ਆਦਮੀ ਪਾਰਟੀ ਦਾ ਪੋਲੀਟੀਕਲ ਵੈਂਡੇਟਾ ਖੁੱਲੇਆਮ ਸਰੇਆਮ ਝਲਕਦਾ ਹੈ, ਕਿਉਂਕਿ ਇਹ ਪਹਿਲਾਂ ਕਰਪਸ਼ਨ ਬਾਰੇ ਵੀ ਇਹੀ ਕਹਿੰਦੇ ਸੀਗੇ। ਨਹੀਂ ਮਿਸਟਰ ਖੜਿਆਲ ਪੋਲੀਟੀਕਲ ਵੈਂਡੇਟਾ ਤੁਸੀਂ ਸ਼ਬਦ ਵਰਤਦੇ ਪਏ ਹੋ, ਮਿਸਟਰ ਭੁੱਲਰ ਤੁਹਾਨੂੰ ਵੀ ਇਹ ਪੋਲੀਟੀਕਲ ਵੈਂਡੇਟਾ ਲੱਗਦਾ ਪਿਆ? ਦੇਖੋ ਮੈਂ ਨਾਮ ਤਾਂ ਉਹ ਲੈ ਨਹੀਂ ਬਾਰੇ ਮੈਂ ਇੱਕ ਮਿੰਟ ਕਰਨੀ ਚਾਹੁੰਦਾ ਹਾਂ। ਕੇਪੀਜੀ ਇੱਕ ਤੇ ਰਵਿੰਦਰ ਜੀ ਨਾ ਇਹ ਕਹਿਣਾ ਬੰਦ ਕਰ ਦੇਣ। ਹੁਣ ਜਿਹੜਾ ਬੱਸਾਂ ਵਾਲਾ ਹੈ ਬਾਰ-ਬਾਰ ਸੀਡੀ ਚਲਾਉਂਦੇ, ਇੱਕ ਰੈਡੀ ਟਾਈ ਆਪਣੀ ਗੱਲ ਜਿਹੜੀ ਕਰਦੇ ਇਹਨਾਂ ਦੇ ਆਪਣੇ ਮੰਤਰੀ ਲਾਲਜੀਤ ਭੁੱਲਰ ਨੇ ਬੜਾ ਕਲੀਅਰਲੀ ਕਿਹਾ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਬੱਸਾਂ ਦੀ ਗੱਲ ਕਰਦੇ ਸੀਗੇ, ਬੱਸਾਂ ਦਾ ਕੀ ਕੀਤਾ? ਉਹ ਕਹਿੰਦੇ ਕਿ ਮੈਂ ਜਿਹੜਾ ਪਿਛਲਾ ਟਰਾਂਸਪੋਰਟ ਮਿਨਿਸਟਰ ਸੀਗਾ ਉਹਦੇ ਵਰਗੂ ਨਹੀਂ ਕਰਨਾ ਹੈਗਾ ਕਿ ਮੈਂ ਬੱਸਾਂ ਫੜਾਂ ਤੇ ਉਸ ਤੋਂ ਬਾਅਦ ਕੋਰਟ ਤੋਂ ਛੁੱਟ ਜਾਣ। ਔਰ ਕਹਿੰਦੇ ਮੈਂ ਚੈੱਕ ਕਰ ਲਿਆ ਸਾਰੀਆਂ ਬੱਸਾਂ ਲੀਗਲ ਚੱਲ ਰਹੀਆਂ ਨੇ। ਇਹ ਉਹਨਾਂ ਦੀ ਆਪਣੀ ਸਟੇਟਮੈਂਟ ਇਹਨਾਂ ਦੇ ਮੰਤਰੀ ਦੀ, ਔਰ ਇਹ ਆਪਣੇ ਮੰਤਰੀ ਸਟੇਟਮੈਂਟ ਅਗਰ ਕੰਟਰੈਕਟ ਕਰਦੇ ਚਲੋ ਆਪਾਂ ਬੱਸਾਂ ਤੋਂ ਬਾਹਰ ਆ ਜਿਓ ਨਾ, ਬੱਸਾਂ ਤੋਂ ਬਾਹਰ ਆ ਜੀ, ਬੱਸਾਂ ਤੋਂ ਬਾਹਰ ਆ ਜੀ ਬਾਰ-ਬਾਰ ਇਹ ਗੱਲਾਂ ਕਰਨਗੇ ਤੇ ਚਲੋ ਬੱਸਾਂ ਤਾਂ ਸਰਕਾਰੀ ਸੜਕਾਂ ਤੇ ਚੱਲਦੀਆਂ ਪਈਆਂ। ਇਹ ਮੈਨੂੰ ਲਵਲੀ ਯੂਨੀਵਰਸਿਟੀ ਦਾ ਜਿਹੜਾ ਡਿਮਾਰਕੇਸ਼ਨ ਹੋਈ ਹੈ ਉਹਦੇ ਆਰਡਰ ਦੀ ਕਾਪੀ ਇੱਥੇ ਬੈਠੇ ਗੂਗਲ ਤੇ ਤੁਸੀਂ ਕੱਢ ਕੇ ਦਿਖਾ ਦੇਣ ਜੇ ਹੋਈ ਹੈ ਤੇ ਕੋਈ ਨਹੀਂ ਹੋਈ। ਚਲੋ ਮੈਂ ਪੁੱਛ ਲੈਣਾ ਸਿਰਫ ਉੱਥੇ ਲੋਕਾਂ ਨੂੰ ਧਮਕਾਇਆ ਜਾ ਰਿਹਾ। ਚਲੋ ਰਵਿੰਦਰ ਸਿੰਘ ਚੱਕੀ ਸੀ ਉਹਨੂੰ ਧਮਕਾਇਆ ਗਿਆ ਉੱਥੇ, ਔਰ ਡਰਾਵੇ ਦਿੱਤੇ ਗਏ ਨੇ, ਬੱਚੇ ਦਰਦ ਕਰਦੀਆਂ ਗੱਲਾਂ ਕੀਤੀਆਂ ਗਈਆਂ ਉਹਨਾਂ ਉੱਤੇ। ਇਹ ਕੰਮ ਕੀਤਾ ਗਿਆ ਆਮ ਆਦਮੀ ਪਾਰਟੀ ਇੱਕ ਮਿੰਟ ਸੰਸਦ ਬਣੇ ਨੇ। ਠੀਕ ਰਵਿੰਦਰ ਸਿੰਘ ਤੁਸੀਂ ਡੀਮਾਰਕੇਸ਼ਨ ਕਹਿ ਤਾਂ ਦਿੱਤਾ, ਹੁਣ ਰਿਪੋਰਟ ਮੰਗਦੇ ਪਏ ਆ, ਕਿੱਥੋਂ ਲਿਆਉਂਗੇ?
ਤੇ ਸਾਡੇ ਕੋਲ ਤਾਂ ਹੈਗੀ ਹੈ। ਜੇ ਭੁੱਲਰ ਸਾਹਿਬ ਨੂੰ ਲੱਗਦਾ ਮੈਂ ਗਲਤ ਸਟੇਟਮੈਂਟ ਕਰ ਰਿਹਾ, ਕੋਈ ਆਰਟੀਆਈ ਪਾ ਲੈਣ ਉੱਥੇ, ਦਿਖਾ ਦਿਓ ਸਾਨੂੰ ਗਲਤ ਕਿਉਂ ਕਰ ਦਿਓ, ਦਿਖਾ ਦਿਓ। ਅਸੀਂ ਤਾਂ ਕਹਿ ਰਹੇ ਹਾਂ, ਤੁਸੀਂ ਤਾਂ ਦਿਖਾਓ ਨਾ। ਸਾਹਿਬ ਕਹਿੰਦੇ ਸੀ ਪਰਚੀਆਂ ਤੋਂ ਡਰਦੇ ਨੇ। ਇਫ ਆਈ ਐਮ ਗਿਵਿੰਗ ਅ ਐਂ ਕਰਕੇ ਦਿਖਾ ਦਿਓ, ਐਂ ਕਰਕੇ ਦਿਖਾ ਦਿਓ ਮਾੜਾ ਜਿਹਾ। the wrong statement, they do have right to file a legal ਰਵਿੰਦਰ ਜੀ ਤੁਸੀਂ ਰਿਪੋਰਟ ਨਹੀਂ ਭੇਜਣੀ, ਕਿਸੇ ਨੂੰ ਨਾ ਭੇਜੋ, ਵੈਸੇ ਪਬਲਿਕ ਡੋਮੇਨ ਵਿੱਚ ਇਹ ਰਿਪੋਰਟਾਂ ਆ ਜਾਂਦੀਆਂ। ਤੁਸੀਂ ਐਂ ਕਰੋ ਜਿਵੇਂ ਉਹ ਕਹਿੰਦੇ ਪਏ ਐਂ ਕਰਕੇ ਦਿਖਾ ਦਿਓ, ਐਂ ਦਿਖਾ ਦਿਓ, ਫਿਰ ਮੈਂ ਬ੍ਰੇਕ ਲੈ ਲੈਣਾ। ਹੋਰ ਦੱਸੋ ਭਾਜੀ, ਮੇਰੇ ਕੋਲ ਫੋਨ ਇੱਕ ਹੀ ਆ, ਸੀ ਐਡੇ ਵੱਡੇ ਪੋਲੀਟੀਸ਼ੀਅਨ ਨਹੀਂ ਹੈਗੇ। ਚਲੋ ਮੈਂ ਬ੍ਰੇਕ ਲੈ ਲੈਣਾ ਸਰ, ਸਰ ਮੈਂ ਬ੍ਰੇਕ ਲੈ ਲੈਣਾ ਸਰ। ਬ੍ਰੇਕ 'ਚ ਤੁਸੀਂ ਉਹ ਰਿਪੋਰਟ ਕੱਢ ਲਓ ਸਰ, ਮੈਨੂੰ ਦੱਸ ਦਿਓ ਵੀ ਹੈਗੀ, ਮੈਂ ਤੁਹਾਡੇ ਬਣਾ ਤੇ ਮੈਂ ਕਹਿ ਦੂੰਗਾ। ਮੈਨੂੰ ਕਰ ਦਿਓ, ਮੈਨੂੰ ਭੇਜ ਦਿਓ। ਬ੍ਰੇਕ ਲੈ ਕੇ ਵਾਪਸ ਆ ਰਹੇ। ਬਹੁਤ ਵੱਡਾ ਸਵਾਲ ਹੈ ਤੇ ਇਸੇ ਸਵਾਲ ਤੇ ਵਾਪਸ ਆ ਰਹੇ ਆ। ਕਿਹੜੇ ਕਮਰੇ ਕਿਰਾਏ ਤੇ ਚੜਨਗੇ? ਸਵਾਲ ਇਹ ਸੀਗਾ, ਪਰ ਵਿਰੋਧੀ ਪਾਰਟੀਆਂ ਨੇ ਸਵਾਲ ਇਹ ਚੁੱਕ ਲਿਆ ਕਿ ਤੁਹਾਡੇ ਆਪ ਦੇ ਵਿੱਚ ਤਾਂ ਨਹੀਂ ਹੈਗੇ। ਸਵਾਲ ਉਹਨਾਂ ਦਾ ਜਵਾਬ ਦਿਓ। ਵਾਪਸ ਆ ਰਹੇ। ਐਡਾ ਵਧੀਆ ਹੋਟਲ ਬਣਿਆ, ਉਹਨੂੰ ਢਾਵਾਂਗੇ ਕਿਉਂ? ਉਹਨੂੰ ਕਿਰਾਏ ਤੇ ਦਾਂਗੇ ਆਪਾਂ, ਢਾਉਣਾ ਵਾਲੀ ਗੱਲ ਨਹੀਂ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ, ਨਜਾਇਜ਼ ਕਬਜ਼ਾ ਖਿਲਾਫ ਪੰਜਾਬ ਸਰਕਾਰ ਦੇ ਅਲਟੀਮੇਟਮ ਤੇ ਸਿਆਸੀ ਕਲੇਸ਼ ਕਿਉਂ ਪਿਆ? ਮੈਂ ਜਿਹੜੀ ਬ੍ਰੇਕ ਵਿੱਚ ਗੱਲਬਾਤ ਹੋਈ ਹੈ ਉਹ ਮੈਂ ਕਦੇ ਤੁਹਾਡੇ ਤੋਂ ਛੁਪਾਉਂਦਾ ਨਹੀਂ ਹੁੰਦਾ। ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ, ਬ੍ਰੇਕ 'ਚ ਮੈਂ ਸਾਰੇ ਮਹਿਮਾਨਾਂ ਨੂੰ ਪੁੱਛ ਕੇ ਫਿਰ ਇਹ ਡਿਬੇਟ ਦੁਬਾਰਾ ਸ਼ੁਰੂ ਕੀਤੀ ਹੈ। ਰਵਿੰਦਰ ਸਿੰਘ ਜੀ ਸਰ, ਬ੍ਰੇਕ ਤੋਂ ਪਹਿਲਾਂ ਤੁਹਾਡੇ ਤੋਂ ਆਪੋਜੀਸ਼ਨ ਨੇ ਸਵਾਲ ਕੀਤਾ ਸੀ, ਰਿਪੋਰਟ ਹੈਗੀ ਤਾਂ ਦਿਖਾ ਦਿਓ ਸਰ, ਦਿਖਾ ਦਿਓ। ਦੇ ਓਪਨ ਫਾਰਮ ਚ ਹੈ, ਦੇ ਕੁਡ ਫਾਈਂਡ ਇਟ ਆਊਟ। ਜੇ ਇਫ ਦੇ ਡੂ ਹੈਵ ਸਮ ਕੋਜੈਂਟ ਐਵੀਡੈਂਸਸ, ਜੇ ਇਹ ਹੈਗੇ ਇਹ ਵੀ ਨਸ਼ਰ ਕਰ ਦੇਣ। ਜੇ ਇਹਨਾਂ ਕੋਲ ਜਿਹੜੇ ਆ ਕੋਜੈਂਟ ਐਵੀਡੈਂਸਸ ਦੀ ਗੱਲ ਕਰਦੇ, ਦੇ ਕੁਡ। ਚਲੋ ਹਾਂ, ਬੋਲੋ ਮਿਸਟਰ ਖੜਿਆਲ ਬੋਲੋ। ਆਲੋ ਆ ਦਿਖਾ ਕੇ ਆਮ ਆਦਮੀ ਪਾਰਟੀ ਵਾਂਗੂ ਹਵਾਈ ਗੱਲ ਨਹੀਂ ਕਰੂੰਗਾ, ਆ ਦਿਖਾ ਵੀ ਦਿੰਨਾ ਹੈ। ਇਹ ਦ ਟ੍ਰਿਬਿਊਨ ਦੀ ਖਬਰ ਹੈ ਤੇ ਜੁਲਾਈ 31 ਦੀ ਖਬਰ ਹੈ। ਇਹ ਚ ਲਿਖਿਆ ਕੀ ਹੋਇਆ ਹੈ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਅੰਡਰ ਸਕੈਨਰ ਫॉर ਪੰਚਾਇਤ ਲੈਂਡ ਗ੍ਰੈਬਿੰਗ। ਅੱਗੇ ਰੂਰਲ ਡਿਵੈਲਪਮੈਂਟ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਗੋਇੰਗ ਸਲੋ ਔਨ ਗੈਟਿੰਗ ਇਟ ਵੈਕੇਟਡ, ਬਹੁਤ ਹੌਲੀ ਇਹਨੂੰ ਵੈਕੇਟ ਕਰਵਾਇਆ ਜਾ ਰਿਹਾ ਹੈ। ਦੂਜਾ ਵਰਸਿਟੀ ਨੇ ਡਿਨਾਈ ਕੀਤਾ ਤੇ ਇਹ ਕਿਹਾ ਪੰਚਾਇਤ ਲੈਂਡ ਇਜ਼ ਇਨ ਦੀ ਪੋਜੀਸ਼ਨ ਆਫ ਅ ਗੁਰਦੁਆਰਾ ਐਟ ਹਰਦਾਸਪੁਰ, ਇਟ ਵਾਸ ਅ ਕ੍ਰਿਟੀਕਲ mistake that the name of the LPO was mentioned। so ਆਮ ਆਦਮੀ ਪਾਰਟੀ ਜਿਹਨੇ ਹਵਾਈ ਗੱਲਾਂ ਇੱਥੇ ਕਰ ਰਹੀ ਹੈ ਉਹਦੇ ਨਾਲ ਰਵਿੰਦਰ ਜੀ ਸਰਨਾ ਨਹੀਂ, with proof, with facts, with figure ਆਇਆ ਕਰੋ। ਜੇ ਨਹੀਂ ਆ ਸਕਦੇ ਤਾਂ ਮਾਫੀ ਮੰਗ ਲਿਆ ਕਰੋ। ਮੈਂ ਸੁਣ ਲਈ ਮਿਸਟਰ ਖੜਿਆਲ ਸਵਾਲ ਇਹ ਹੈ ਜਿਹੜਾ ਤੁਸੀਂ ਹਟਾ ਦਿਓ। ਮੈਂ ਕਹਿੰਦਾ ਸਾਰੀ ਹਟਾ ਦਿਓ। ਬਾਅਦ ਚ ਪੜਿਆ, ਸੁਣਨ ਦਾ ਮਨ ਰੱਖੋ। ਮਿਸਟਰ ਖੜਿਆਲ ਇੱਕ ਮਿੰਟ ਸੁਣ ਲਈ, ਮਿਸਟਰ ਖੜਿਆਲ ਜਵਾਬ ਤਾਂ ਲੈ ਲਈਏ ਨਾ। ਬਾਅਦ ਚ ਪੜਿਆ। ਜੇ ਮੈਂ ਉਹੀ ਗੱਲ ਕਹਿ ਰਿਹਾ, ਜਿਹੜਾ ਐਲਪੀਯੂ ਯੂਨੀਵਰਸਿਟੀ ਦਾ ਤੁਸੀਂ ਗੁਰਦੁਆਰਾ ਸਾਹਿਬ ਵਾਲਾ ਵਰਸ਼ਨ ਪੜਿਆ, ਉਹ ਬਾਅਦ ਚ ਪੜਿਆ, ਪ੍ਰੋਪਰ ਡੀਮਾਰਕੇਸ਼ਨ ਹੋਈ ਹੈ ਤੇ ਸਾਡੀ ਪੋਜੀਸ਼ਨ ਦੇ ਵਿੱਚ ਕੋਈ ਲੈਂਡ, ਐਲਪੀਯੂ ਯੂਨੀਵਰਸਿਟੀ ਦੀ ਕੋਈ ਪੋਜੀਸ਼ਨ ਚ ਲੈਂਡ ਨਹੀਂ ਪਾਈ ਗਈ। ਉਸ ਤੇ ਕੰਸਟਰਕਸ਼ਨ ਦਾ ਬਹੁਤ ਦੂਰ ਦੀ ਗੱਲ ਹੈ। ਦਿਖਾਓ ਰਿਪੋਰਟ, ਦਿਖਾਓ। ਉਸ ਤੇ ਕੰਸਟਰਕਸ਼ਨ ਦਾ ਬਹੁਤ ਦੂਰ ਦੀ ਗੱਲ ਹੈ। ਚਲੋ ਜੇ ਕੋਈ ਪਾਈ ਵੀ ਜਾਂਦੀ ਹੈ, ਪ੍ਰਾਇਮਰਲੀ ਜੇ ਕੋਈ ਪਾਈ ਵੀ ਜਾਂਦੀ ਹੈ, ਵਿਲ ਐਕਟ ਅਪਨ ਦੈਟ। ਚਲੋ ਇੱਕ ਮਿੰਟ ਮਿਸਟਰ ਖੜਿਆਲ ਮਿਸਟਰ ਖੜਿਆਲ ਇੱਕ ਮਿੰਟ ਆ ਰਿਹਾ। ਮਿਸਟਰ ਖੜਿਆਲ ਇੱਕ ਮਿੰਟ ਸਰ, ਇੱਕ ਮਿੰਟ। ਮਿਸਟਰ ਖੜਿਆਲ, ਯੂਨੀਵਰਸਿਟੀ ਵਾਲਾ ਸਵਾਲ ਚੁੱਕ ਕੇ ਆਪਾਂ ਕੀ ਸੁਖ ਵਿਲਾਸ ਵਾਲਾ ਸਵਾਲ ਆ ਉਹ ਦੱਬਣਾ ਚਾਹ ਰਹੇ ਹਾਂ? ਅਸੀਂ ਕਿਹਾ ਵੀ ਜੀ ਦੱਬ ਦੋ ਉਹਨੂੰ, ਜਾਂ ਅਸੀਂ ਕਿਹਾ ਉਹਦੇ ਬਾਰੇ ਗੱਲ ਨਾ ਕਰੋ। ਨਹੀਂ ਉਹ ਜੇ ਇੱਕ ਮਿੰਟ ਖੜਿਆਲ ਸਾਹਿਬ ਸੁਣ ਲਓ, ਖੜਿਆਲ ਸਾਹਿਬ ਇੱਕ ਮਿੰਟ ਮਿਸਟਰ ਰਵਿੰਦਰ ਪਲੀਜ਼, ਮਿਸਟਰ ਰਵਿੰਦਰ ਪਲੀਜ਼ ਆਪਾਂ ਜਵਾਬ ਇੱਕ ਜਣੇ ਤੋਂ ਲੈ ਲਿਆ ਕਰੀਏ ਪਲੀਜ਼, ਏਦਾਂ ਨਾ ਕਰਿਆ ਕਰੀਏ। ਹਾਂ ਮਿਸਟਰ ਖੜਿਆਲ ਬੋਲੋ। ਤੋ ਕੇਪੀ ਜੀ, ਪਹਿਲਾਂ ਤਾਂ ਦੇਖੋ ਆਮ ਆਦਮੀ ਪਾਰਟੀ ਨੇ ਹਵਾਈ ਗੱਲ ਕੀਤੀ, ਇਹਨਾਂ ਤੋਂ ਤਾਂ ਦਿਖਾਈ ਨਹੀਂ ਗਈ, ਅਸੀਂ ਦਿਖਾਤੀ। ਸਾਡੀ ਇੰਨੀ ਰਿਕੁਐਸਟ ਹੈ ਆਮ ਆਦਮੀ ਪਾਰਟੀ ਨੂੰ, ਜੀ ਸਦਕੇ ਐਨਕਰੋਚਮੈਂਟ ਹਟਾ ਦਿਓ, ਠੋਕ ਕੇ ਹਟਾਓ, ਲੇਕਿਨ ਇੱਕ ਯਾਰਡ ਸਟਿਕ, ਬਰਾਬਰ ਦੀ ਯਾਰਡ ਸਟਿਕ ਅਪਣਾਓ। ਸਭ ਲਈ ਇੱਕੋ ਸਮਾਨ ਐਨਕਰੋਚਮੈਂਟ ਹਟਣੀ ਚਾਹੀਦੀ ਹੈ ਤੇ ਆਮ ਆਦਮੀ ਪਾਰਟੀ ਭੇਦਭਾਵ ਨਾ ਕਰੇ। ਸਾਡੀ ਅਪੀਲ ਆਮ ਆਦਮੀ ਪਾਰਟੀ ਨੂੰ, ਕਿਉਂਕਿ ਆ ਜਿਹੜੇ ਤੁਹਾਨੂੰ ਸਵਾਲ ਪੁੱਛੇ ਜਾ ਰਹੇ ਉਹਨਾਂ ਦਾ ਜਵਾਬ ਨਹੀਂ, ਤੇ ਜਿਹੜਾ ਮੈਂ ਪੁੱਛਿਆ ਸੀਗਾ ਜਿਹੜੇ ਗਰੀਬ ਹਟਾਏ ਜਾਣਗੇ ਉਹਨਾਂ ਨੂੰ ਕਿਤੇ ਐਡਜਸਟ ਕਰਨਾ ਹੈ ਜਾਂ ਉਹਨਾਂ ਨੂੰ ਆਪਣਾ ਉਹਨਾਂ ਸਰ ਤੋਂ ਛੱਤ ਖੋ ਕੇ ਤੇ ਉਹਨਾਂ ਨੂੰ ਪਰੇ ਕਰ ਦੇਣਾ, ਲਾਂਭੇ ਕਰ ਦੇਣਾ। ਤੇ ਆਮ ਆਦਮੀ ਕਿ ਵੀ ਤੁਸੀਂ ਗੱਲ ਕਹੀ ਮੈਨੂੰ ਵੀ ਸੁਖ ਵਿਲਾਸ ਦਾ ਸਵਾਲ ਨਹੀਂ ਕਰਨਾ, ਇਹ ਸੁਖ ਵਿਲਾਸ ਆਮ ਆਦਮੀ ਪਾਰਟੀ ਸੁਖ ਵਿਲਾਸ ਟਾਰਗੇਟ ਕਰ ਰਹੀ ਹੈ ਜੀ। ਆਮ ਆਦਮੀ ਪਾਰਟੀ ਕੀ? ਮੈਨੂੰ ਸਮਝ ਨਹੀਂ ਆ ਕੀ ਕਰ ਰਹੇ ਹੋ ਤੁਸੀਂ। ਸਵਾਲ ਕੀਤਾ ਨਾ ਮੈਨੂੰ ਵੀ ਖੜਿਆਲ ਸਾਹਿਬ ਤੁਸੀਂ ਸੁਖ ਵਿਲਾਸ ਦੀ ਗੱਲ ਨੂੰ ਦਬਾ ਰਹੇ ਹੋ, ਤੁਸੀਂ ਐਲਪੀਯੂ ਦੀ ਗੱਲ ਖੜੀ ਕਰਕੇ ਕਿ ਸੁਖ ਵਿਲਾਸ ਦੀ ਗੱਲ ਦਬਾਉਣਾ ਚਾਹੁੰਦੇ ਹੋ। ਸੋ ਇਹ ਸੁਖ ਵਿਲਾਸ ਕੰਸਰਨ ਹੈ ਸੁਖ ਵਿਲਾਸ ਦੇ ਨਾਲ। ਨਹੀਂ ਮੈਨੂੰ ਪਤਾ ਨਹੀਂ, ਮੈਂ ਤਾਂ ਸਮਝ ਰਿਹਾ ਨਾ ਤੁਹਾਡੇ ਸਾਰਿਆਂ ਤੋਂ
ਕਿ ਤੁਸੀਂ ਸਾਰੇ ਦਾ ਡਾਟਾ ਕੱਢੀ ਬੈਠੇ ਹੋ। ਇਹਦਾ ਮੈਂ ਸਰ ਖੜਿਆਲ ਸਾਹਿਬ ਸੁਣ ਤਾਂ ਲਓ ਨਾ ਕਿ ਸੁੱਖ ਵਿਲਾਸ ਵਾਲਾ ਸਵਾਲ ਹੈ ਜਿਹੜਾ ਜਾਣਬੁੱਝ ਕੇ ਖੜਾ ਕੀਤਾ ਜਾ ਰਿਹਾ, ਉਹ ਨਜਾਇਜ਼ ਕਬਜ਼ਾ ਨਹੀਂ ਹੈਗਾ। ਉਹ ਉਹਦੇ ਜਿਹੜੀ ਕੋਈ ਸੜਕ ਬਣੀ ਹੈ ਉਹਦੇ ਕੋਈ ਨਜਾਇਜ਼ ਕਬਜ਼ਾ ਨਹੀਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਇਹ ਕਿਹਨੇ ਕਿਹਾ ਸੁੱਖ ਵਿਲਾਸ? ਮੈਂ ਤਾਂ ਇਹ ਜਾਨਣਾ ਚਾਹ ਰਿਹਾ ਡਿਬੇਟ ਦੇ ਵਿੱਚ ਤੁਹਾਡੇ ਤੋਂ। ਅੱਛਾ, ਨਾਮ ਹੀ ਕੋਈ ਲੈ ਰਿਹਾ ਸੀਗਾ। ਅੱਛਾ, ਕਿੰਨੇ ਕਿਹਾ ਹੈ? ਵਾਹ, ਬੜਾ ਅੱਛਾ ਸਵਾਲ ਹੈ। ਹਾਂ ਮਿਸਟਰ ਭੁੱਲਰ ਸਵਾਲ ਤਾਂ ਕਿਤੇ ਹੈ ਹੀ ਨਹੀਂਗਾ। ਨਾ ਮੰਤਰੀ ਸਾਹਿਬ ਨੇ ਕਿਹਾ ਤੇ ਨਾ ਇਹਨਾਂ ਦੇ ਸਪੋਕਸਪਰਸਨ ਕਹਿ ਰਹੇ। ਉਹ ਕਹਿ ਰਹੇ ਜਿੰਨੇ ਕੀਤਾ ਉਹਦੇ ਖਿਲਾਫ ਐਕਸ਼ਨ ਹੋਊਗਾ। ਇਹਦਾ ਮਤਲਬ ਤੁਸੀਂ ਸਾਰੇ ਹੀ ਹੁਣ ਗੋਲਮੋਲ ਗੱਲਾਂ ਕਰੀ ਜਾਂਦੇ ਹੋ। ਮਿਸਟਰ ਭੁੱਲਰ ਬੋਲੋ। ਪਰ ਤੁਸੀਂ ਕਹਿਤਾ ਕੇਪੀ ਜੀ, ਤੁਸੀਂ ਕੋਈ ਰਿਪੋਰਟ ਕੀਤੀ ਹੈ? ਕੇਪੀ ਜੀ ਮੈਂ ਤਾਂ ਕਹਿ ਰਿਹਾ, ਓਪਨਲੀ ਕਹਿ ਰਿਹਾ ਖੜਿਆਲ ਸਾਹਿਬ, ਮੈਂ ਓਪਨਲੀ ਕਹਿ ਰਿਹਾ, ਬੋਲੋ। ਹਾਂ ਅੱਛਾ, ਕੋਈ ਰਿਪੋਰਟ ਵੀ ਦੇਖੀ ਤੁਸੀਂ? ਹਾਂ ਮਿਸਟਰ ਭੁੱਲਰ, ਮੈਂ ਦੱਸ ਦਿੰਦਾ ਮਿਸਟਰ ਖੜਿਆਲ। ਹਾਂ ਮਿਸਟਰ ਭੁੱਲਰ। ਕੇਪੀ ਜੀ, ਜਦੋਂ ਦੀ ਇਹ ਪਾਰਟੀ ਦਾ ਜਨਮ ਹੋਇਆ, ਜਦੋਂ ਦੀ ਇਹ ਹੋਂਦ ਚ ਆਈ ਹੈ, ਹਾਂ, ਇਹ ਯੂ ਟਰਨ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ। ਇਹ ਵੱਡੀ ਜੀ ਗੱਲ ਕਰ ਲੈਂਦੇ ਆ। ਇਹਨਾਂ ਦੇ ਜਿਹੜੇ ਸੁਪਰੀਮੋ ਨੇ ਕੇਜਰੀਵਾਲ ਸਾਹਿਬ, ਉਹ ਵੀ 10 ਕ ਫਾਈਲਾਂ ਕਸ਼ਟ ਮਾਰ ਕੇ ਤੁਰੇ ਫਿਰਦੇ ਹੁੰਦੇ ਸੀਗੇ। ਕਦੀ ਜੇਤਲੀ ਸਾਹਿਬ ਦਾ ਨਾਮ ਲੈ ਲੈਂਦੇ ਸੀਗੇ, ਕਦੀ ਮਜੀਠੀਆ ਸਾਹਿਬ ਦਾ ਨਾਮ ਲੈ ਲੈਂਦੇ ਸੀਗੇ, ਕਦੀ ਸ਼ੀਲਾ ਦੀਕਸ਼ਿਤ ਦਾ ਨਾਮ ਲੈ ਲੈਂਦੇ ਸੀਗੇ। ਔਰ ਜਦੋਂ ਹੋਂਦ ਚ ਆਏ, ਮੁੱਖ ਮੰਤਰੀ ਬਣੇ ਤੇ ਸਭ ਤੋਂ ਮਾਫੀਆ ਮੰਗ ਲੀਆਂ, ਥੁੱਕੇ ਚੱਟਣ ਵਾਲਾ ਕੰਮ ਕੀਤਾ। ਇਹ ਉਹ ਪਾਰਟੀ ਹੈ। ਇਸ ਕਰਕੇ ਇਸ ਪਾਰਟੀ ਦੇ ਕਿਸੇ ਬਿਆਨਬਾਜ਼ੀ ਦੇ ਉੱਤੇ ਬੜਾ ਤਵੱਜੋ ਨਾ ਦਿਆ ਕਰੋ ਤੁਸੀਂ ਕਿ ਇਹ ਕੁਝ ਕਰਨਗੇ। ਇਹ ਕਰਦੇ ਕਰਾਉਂਦੇ ਕੁਝ ਨਹੀਂ ਹੈਗੇ। ਇਹ ਤੁਸੀਂ ਮੈਨੂੰ ਇੰਨਾ ਹੀ ਜਵਾਬ ਦੇ ਦਿਓ, ਜਿਹੜੀਆਂ ਵੱਡੀਆਂ ਗੱਲਾਂ ਕਰਦੇ ਆ, ਇਹਨਾਂ ਨੇ ਅੱਧੀ ਦਰਜਨ ਕਾਂਗਰਸ ਵਾਲਿਆਂ ਦੇ ਜਿਹੜੇ ਮੰਤਰੀ ਸੀ ਉਹ ਚੱਕ ਕੇ ਅੰਦਰ ਕਰਤੇ, ਐਮਐਲਏ ਅੰਦਰ ਕਰਤੇ ਵੀ ਇਹ ਬੜੇ ਕਰਪਟ ਸੀਗੇ ਜੀ, ਬੜਾ ਪੈਸਾ ਇਹਨਾਂ ਨੇ ਖਾਧਾ। 1 ਰੁਪਈਆ ਵੀ ਰਿਕਵਰ ਹੋਇਆ? 1 ਰੁਪਈਆ ਮੈਂ ਇਹ ਨਹੀਂ ਕਹਿੰਦਾ 1000 2000, 1 ਰੁਪਈਆ ਇਹ ਰਿਕਵਰ ਕੀਤਾ? ਉਹਦੇ ਇੱਕ ਵਿਚਾਰਾ ਆਪ ਹੀ ਜਾ ਕੇ ਫਸ ਗਿਆ 50 ਲੱਖ ਦੇ ਕੇ। ਨਹੀਂ ਤਾਂ ਉਸ ਤੋਂ ਸਵਾਇ ਦੱਸੋ ਕਿਹੜਾ ਪੈਸਾ ਰਿਕਵਰ ਹੋਇਆ? ਜੇ ਉਹ ਵੀ ਨਾ ਲੈ ਕੇ ਜਾਂਦਾ ਉਹ ਵੀ ਨਹੀਂ ਰਿਕਵਰ ਹੋਣਾ। ਇਸ ਕਰਕੇ ਇਹ ਸਿਰਫ ਇੱਕ ਮਿੰਟ ਹੈਗੀ ਕਿ ਲਾਈਮਲਾਈਟ ਜਿਹੜਾ ਕੋਈ ਕਮੇਡੀ ਸ਼ੋਅ ਵਾਲੇ ਲੋਕ ਨੇ, ਇਹਨਾਂ ਨੂੰ ਕਮੇਡੀ ਕਰਕੇ ਮਜ਼ਾ ਆਉਂਦਾ ਹੈ, ਲੋਕਾਂ ਦੇ ਵਿੱਚ ਰਹਿਣ ਦਾ ਮਜ਼ਾ ਆਉਂਦਾ ਹੈ, ਠੀਕ ਹੈ, ਮਜ਼ਾ ਆਉਂਦਾ ਹੈ। ਇਸ ਕਰਕੇ ਬਾਹਰੀ ਤਵੱਜੋ ਦੇਣ ਦੀ ਲੋੜ ਨਹੀਂ ਹੈ ਇਹਨਾਂ ਦੀ ਗੱਲਾਂ ਨੂੰ। ਚਲੋ, ਔਰ ਜਿਹੜਾ ਸੁਖਵਾਲਾ ਦਾ ਸਵਾਲ ਹੈ, ਸੁਖਵਾਲਾ ਦੀ ਇੱਕ ਇੱਟ ਵੀ ਜਿਹੜੀ ਨਜਾਇਜ਼ ਨਹੀਂ ਲੱਗੀ ਹੋਈ, ਔਰ ਕੋਈ ਇੱਕ ਇੱਟ ਵੀ ਉਹਦੀ ਹਿਲਾ ਨਹੀਂ ਸਕਦਾ। ਇਹ ਤੁਹਾਨੂੰ ਸ਼ਰਤ ਕਰ ਦਿੰਦੇ। ਚਲੋ, ਹਾਂ ਡਾਕਟਰ ਸਿੰਧਰ ਕਮਲ, ਲਾਸਟ ਕਮੈਂਟ ਤੁਹਾਡਾ ਚਾਹੀਦਾ। ਡਾਕਟਰ ਸਿੰਧਰ ਕਮਲ, ਮੈਨੂੰ ਇਉਂ ਲੱਗਦਾ ਡਾਕਟਰ ਸਿੰਧਰ ਕਮਲ, ਮੈਨੂੰ ਇਉਂ ਲੱਗਦਾ ਆਮ ਆਦਮੀ ਪਾਰਟੀ ਸਰਕਾਰ ਜਦੋਂ ਵੀ ਕੋਈ ਐਕਸ਼ਨ ਲੈਣ ਦੀ ਗੱਲ ਕਰਦੀ ਹੈ, ਦਾਅਵਾ ਕਰਦੀ ਹੈ, ਤੁਸੀਂ ਸਾਰੀਆਂ ਪਾਰਟੀਆਂ ਸੇਮ ਪੇਜ ਤੇ ਆ ਜਾਂਦੇ ਹੋ, ਸਿਮਤੀ ਇੱਕ ਦੂਜੇ ਨਾਲ। ਦੇਖੋ, ਜੇ ਇਹ ਐਕਸ਼ਨ ਸਾਰਥਕ ਲੈ ਰਹੇ ਨੇ ਤਾਂ ਉੱਥੇ ਇਹਨਾਂ ਦੇ ਨਾਲ ਖੜੇ ਆ। ਪਰ ਜਦੋਂ ਹੁਣ ਮੈਂ ਇਸ ਐਕਸ਼ਨ ਦੇ ਉੱਤੇ ਇੱਕ ਗੱਲ ਸਵਾਲ ਕਰਨਾ ਚਾਹੁੰਦੀ ਆ ਕਿ ਜਿਹੜੇ EMPLOYMENT ਦੇ ਨਾਲ ਜੁੜੀਆਂ ਹੋਈਆਂ ਜ਼ਮੀਨਾਂ ਨੇ, ਜਿਹੜੇ ਛੋਟੇ ਕਿਸਾਨਾਂ ਦੀ EMPLOYMENT ਦੇ ਨਾਲ ਜੁੜੀਆਂ ਹੋਈਆਂ ਜ਼ਮੀਨਾਂ ਨੇ, ਉਹਨਾਂ ਦੀ EMPLOYMENT ਦਾ ਸਬਸਟੀਟਿਊਟ ਕੀ ਕੱਢਿਆ ਵਾ ਕਿ ਉਹਨਾਂ ਕੋਲ ਅਕਵਾਇਰ ਜਿਹੜੀ ਆ ਉਹ ਕੀਤੀ ਜਾਵੇ। ਹੁਣ ਅਗਲੀ ਗੱਲ ਇੱਕ ਹੋਰ, ਬਹੁਤ ਸਾਰੀਆਂ ਇੰਡਸਟਰੀਜ਼, ਬਹੁਤ ਸਾਰੇ ਸਕੂਲਸ, ਬਹੁਤ ਸਾਰੀਆਂ ਕਾਲਜਿਸ, ਬਹੁਤ ਸਾਰੇ ਇਸ ਤਰ੍ਹਾਂ ਦੇ ਅਦਾਰੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਪੰਚਾਇਤੀ ਜ਼ਮੀਨਾਂ ਤੇ ਬਣੇ ਹੋਣਗੇ। ਮੰਨ ਲਓ ਜੇ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾਂਦਾ ਵਾ ਤਾਂ ਫਿਰ ਇਹ ਐਕਸ਼ਨ ਕਿਹੜਾ ਲੈਊਗੀ ਸਰਕਾਰ ਕੀ, ਜਾਂ ਫਿਰ ਉਸ ਤੋਂ ਫਿਰ ਪਿੱਛੇ ਨਹੀਂ? ਜੇ ਪੰਚਾਇਤੀ, ਇੱਕ ਮਿੰਟ ਡਾਕਟਰ ਸਿੰਘ, ਜੇ ਪੰਚਾਇਤੀ ਜ਼ਮੀਨਾਂ ਤੇ ਬਣੇ ਆ, ਜੇ ਉਹ ਜਾਇਜ਼ ਹੈਗੇ ਤੇ ਉਹਨਾਂ ਨੂੰ ਕੌਣ ਹਲਾਊਗਾ? ਨਹੀਂ, ਪਰ ਬਹੁਤ ਸਾਰੀ ਜਗ੍ਹਾ ਤੇ ਤੁਸੀਂ ਦੇਖਿਓ ਅਜੇ ਅੱਗੇ ਦੇਖੋ, ਅੱਗੇ ਜਦੋਂ ਤੁਸੀਂ ਤੁਰੋਗੇ ਨਾ, ਇਹ ਚੀਜ਼ਾਂ ਅੱਜ ਜਿਹੜੀਆਂ ਪੰਪ ਐਂਡ ਸ਼ੋ ਦੇ ਲਈ ਫॉर ਮੀਡੀਆ ਦੇ ਲਈ ਮੈਡਮ ਸੁਰਿੰਦਰ ਕਮਲ, ਮੈਂ ਖੁਦ ਰੂਰਲ ਡਿਵੈਲਪਮੈਂਟ ਮਿਨਿਸਟਰ ਨੂੰ ਸਵਾਲ ਕਰਦਾ ਰਿਹਾ ਤੁਹਾਡੀਆਂ ਸਰਕਾਰਾਂ ਵੇਲੇ। ਉਦੋਂ ਕਹਿੰਦੇ ਸੀ ਅਸੀਂ ਛੁਡਾ ਨਹੀਂ ਸਕਦੇ, ਸਾਡੇ ਵੱਸੋਂ ਬਾਹਰ ਹੈ, ਪਿੰਡ ਵਾਲੇ ਵਿਰੋਧੀ ਹੋ ਜਾਣਗੇ, ਆਹ ਹੋ ਜਾਊਗਾ। ਜੇ ਸਰਕਾਰ ਐਕਸ਼ਨ ਲੈ ਰਹੀ ਹੈ ਤਾਂ ਸਾਥ ਕਿਉਂ ਨਹੀਂ ਦੇ ਰਹੇ ਹੋ ਤੁਸੀਂ? ਕਿ ਤੁਸੀਂ ਚਾਹੁੰਦੇ ਹੋ ਕਿ ਸਿਆਸੀ ਦੂਸ਼ਣਬਾਜ਼ੀ ਖੜੀ ਕਰਕੇ ਸਰਕਾਰ ਨੂੰ ਇਸ ਕੰਮ ਤੋਂ ਰੋਕ ਦਿੱਤਾ ਜਾਵੇ? ਕੇਪੀ ਜੀ, ਸਰਕਾਰਾਂ ਕਿੰਨਾਂ ਦੀਆਂ ਨੇ? ਲੋਕਾਂ ਦੀਆਂ ਸਰਕਾਰਾਂ ਨੇ। ਜੇ ਲੋਕਾਂ ਨੂੰ ਅਸੀਂ ਉਹਨਾਂ ਨੂੰ ਬੇਘਰ ਕਰ ਦਾਂਗੇ, ਜੇ ਅਸੀਂ ਲੋਕਾਂ ਨੂੰ ਅਨਐਮਪਲੋਇਡ ਕਰ ਦਾਂਗੇ, ਜੇਕਰ ਉਹਨਾਂ ਦੇ ਘਰਾਂ ਦੇ ਵਿੱਚ ਰੋਟੀ ਪੱਕਦੀ ਅਸੀਂ ਨਹੀਂ ਕਰ ਸਕਦੇ, ਮੈਂ ਇਹਨਾਂ ਦੇ ਐਕਸ਼ਨ ਦੇ ਨਾਲ ਖਲੋਤੀਆਂ। ਪਰ ਉਹ ਐਕਸ਼ਨ ਕਿਹਦੇ ਤੇ ਹੋਣੇ ਚਾਹੀਦੇ ਨੇ? ਵੱਡੇ ਧਨਾਡਾਂ ਦੇ ਉੱਤੇ। ਤੇ ਸਗੋਂ ਇਹ ਜਿਹੜੇ ਕਾਰਪਸ ਨੇ ਇਹ ਡੀਪੂਲ ਹੋਣੇ ਚਾਹੀਦੇ ਨੇ, ਔਰ ਉਹਨਾਂ ਲੋਕਾਂ ਤੱਕ ਜਿਹੜੇ ਬੇਜ਼ਮੀਨ ਦੇ ਲੋਕ ਨੇ ਉਹਨਾਂ ਤੱਕ ਇਹ ਬਰਾਬਰ ਚੀਜ਼ਾਂ ਵੰਡੀਆਂ ਜਾਣੀਆਂ ਚਾਹੀਦੀਆਂ ਨੇ ਕਿ ਜੇਕਰ ਇੱਕ ਮੰਨ ਲਓ 100 ਏਕੜ ਦੀ ਜ਼ਮੀਨ ਆ, ਇੱਕੋ ਹੀ ਬੰਦਾ ਜ਼ਮੀਨ ਦੀ ਜ਼ਿੰਮੇਵਾਰੀ ਨੂੰ ਲੈ ਕੇ ਤੇ ਉਹ ਕਿੰਨੇ ਸਾਰੇ ਹੋਰ ਲੋਕਾਂ ਨੂੰ ਖਿਲਾਰ ਕੇ ਉਹ ਆਪਣੇ ਨਾਂ ਤੇ ਜ਼ਮੀਨ ਜਿਹੜੀ ਆ ਉਹ ਲੈ ਰਿਹਾ ਵਾ, ਤਾਂ ਇਹ ਵੀ ਤੇ ਗਲਤ ਗੱਲਾਂ ਨੇ ਨਾ। ਚਲੋ, ਰਵਿੰਦਰ ਸਿੰਘ, ਠੀਕ ਹੈ ਡਾਕਟਰ ਕਮਲ। ਰਵਿੰਦਰ ਸਿੰਘ, ਇਹ ਸਵਾਲ ਬੜੀ ਸੰਜੀਦਗੀ ਮੰਗਦੇ ਆ। ਇੱਕ ਤਾਂ ਡਾਕਟਰ ਕਮਲ ਨੇ ਇਹ ਗੱਲ ਕਹੀ ਹੈ ਕਿ ਜਿਹੜੀ EMPLOYMENT ਨਾਲ ਜੁੜੀਆਂ ਜ਼ਮੀਨਾਂ, ਜਿਹੜੇ ਬੇਜ਼ਮੀਨ ਨੇ ਕਿਸਾਨ ਹੈ, ਬੇਸਿਕਲੀ ਉਹਨਾਂ ਦੀ ਗੱਲ ਕਰ ਰਹੇ ਵੀ ਉਹਨਾਂ ਦਾ ਰੋਜ਼ਗਾਰ ਖੁੱਸ ਜੂਗਾ, ਕੀ ਉਹਨਾਂ ਲਈ ਕੁਝ ਕਰਨ ਜਾ ਰਹੇ ਹੋ? ਇੱਕ ਦੂਜਾ ਸਵਾਲ ਇਹਨਾਂ ਨੇ ਮਿਸਟਰ ਖੜਿਆਲ ਹਰਾਂ ਨੇ ਵੀ ਕੀਤਾ ਕਿ ਜਿਹੜੇ ਆਮ ਲੋਕ ਹੈ, BJP ਨੇ ਵੀ ਇਹ ਸਵਾਲ ਕੀਤਾ, ਜਿਹੜੇ ਰਹਿ ਰਹੇ ਆ ਕਿਸੇ ਝੁੱਗੀ ਝੌਂਪੜੀ 'ਚ ਰਹਿ ਰਹੇ ਜਾਂ ਕਿਤੇ ਰਹਿ ਰਹੇ ਆ, ਕੀ ਉਹਨਾਂ ਵਾਸਤੇ ਕੁਝ ਤੁਸੀਂ ਕਰੋਗੇ?
ਦੇਖੋ ਨਵੇਂ ਲਤੀਫਪੁਰੇ ਨਾ ਬਣਨ ਠੀਕ ਇਹ ਠੀਕ ਚੀਜ਼ ਦਾ ਠੀਕ ਹੈ ਧਿਆਨ ਡਾਕਟਰ ਕਮਲ ਤੁਹਾਡਾ ਸਵਾਲ ਲੈ ਰਿਹਾ ਕਿਰਪਾ ਕਰਕੇ। ਹਾਂ ਰਵਿੰਦਰ ਇਹਦੇ ਜਵਾਬ ਵੈਸੇ ਖੜਿਆਲ ਸਾਹਿਬ ਨੇ ਵੀ ਇੱਕ ਗੱਲ ਕੀਤੀ ਸੀ ਕਿ ਅਸੀਂ ਵੀ ਇਹ ਗੱਲ ਕੀਤੀ ਹੈ ਕਿ ਜਿਹੜੇ ਰੈਜ਼ੀਡੈਂਸ਼ੀਅਲ ਏਰੀਆਜ਼ ਨੇ, ਰੈਜ਼ੀਡੈਂਸ਼ੀਅਲ ਪਲਾਟਸ ਨੇ, ਲੋਕ ਆਪਣੇ ਘਰਾਂ 'ਚ ਰਹਿ ਰਹੇ ਨੇ, ਉਹਨਾਂ ਦੀ ਐਵਿਕਸ਼ਨ ਨਹੀਂ ਹੋਊਗੀ। ਉਹ ਆਪਣੇ ਆਪ ਦੇ ਵਿੱਚ ਅਸੀਂ ਪਹਿਲਾਂ ਕਹਿਤੇ। ਤੇ ਦੂਜੀ ਗੱਲ, ਜਿੱਦਾਂ ਇੱਕ ਦਰਦ ਝਲਕਿਆ ਭੁੱਲਰ ਸਾਹਿਬ ਦਾ ਕਿ ਉਹ ਵਿਚਾਰਾ 50 ਲੱਖ ਲੈ ਕੇ ਆਪ ਹੀ ਪਹੁੰਚ ਗਿਆ ਸੀਗਾ ਤੇ ਆਪ ਹੀ ਫਸ ਗਿਆ। ਉਹ ਇੱਕ ਦਰਦ ਵੀ ਨਿਕਲਦਾ ਕਿ ਕਿੱਦਾਂ ਜਿਹੜੇ ਇਹਨਾਂ ਦੇ ਲੀਡਰਸ ਜਿਹੜੇ ਪੈਸੇ ਦਿੰਦੇ ਵੀ ਰਹੇ ਨੇ ਤੇ ਲੈਂਦੇ ਵੀ ਰਹੇ, ਉਹਨਾਂ ਨੂੰ ਪਤਾ ਵੀ ਹੈ ਕਿੱਦਾਂ ਕਰਨਾ। ਜੇ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ ਤਾਂ ਕਿੱਦਾਂ ਵਿਚਾਰੇ ਬਣ ਜਾਂਦੇ ਨੇ ਉਹ। ਤੇ ਜਦੋਂ ਇਨਕਰੋਚਮੈਂਟ, ਇਲੀਗਲ ਇਨਕਰੋਚਮੈਂਟ ਦੀ ਗੱਲ ਆਉਂਦੀ ਹੈ ਤਾਂ ਇਹ ਸਾਰੇ ਇਕੱਠੇ ਨੇ। ਭਾਵੇਂ ਬਲੌਂਗੀ ਵਾਲੀ ਜ਼ਮੀਨ ਦੀ ਗੱਲ ਕਰ ਲਓ, ਜਿਹੜੀ ਮੋਹਾਲੀ ਦੇ ਨਾਲ ਬਲਬੀਰ ਸਿੱਧੂ ਜੀ ਕਾਂਗਰਸ ਦੇ ਵਿੱਚ ਹੁੰਦੇ ਸੀਗੇ, ਕਿੱਦਾਂ ਉਹ 300 ਕਰੋੜ ਰੁਪਏ ਦੀ ਜ਼ਮੀਨ ਦਾ ਕਿੱਡਾ ਵੱਡਾ ਰੌਲਾ ਪੈ ਕੇ ਰਿਹਾ। ਭਾਵੇਂ ਅੱਜ ਅਕਾਲੀ ਦਲ ਤੇ ਖਾਸ ਕਰਕੇ ਬੀਜੇਪੀ, ਉਸ ਸਮੇਂ ਭਾਈਵਾਲ ਪਾਰਟੀ ਹੁੰਦੀ ਸੀਗੀ ਰਾਜਪੁਰੇ ਦੇ ਵਿੱਚ, ਇਹਨਾਂ ਦੇ ਬੀਜੇਪੀ ਤੇ ਬਹੁਤ ਵੱਡੇ ਲੀਡਰ ਹੁੰਦੇ ਸੀਗੇ ਤੇ ਆਪਣਾ 90 ਵਾਲੀ ਸਾਈਡ ਬਹੁਤ ਵੱਡੇ ਲੀਡਰ ਹੁੰਦੇ ਸੀਗੇ, ਉਹਨਾਂ ਦੀ ਬਨੂੜ ਜ਼ਮੀਨ ਦੇ ਵਿੱਚ ਇਨਕਰੋਚਮੈਂਟ ਦੀ ਕਿੱਡੀ ਵੱਡੀ ਗੱਲ ਹੁੰਦੀ ਸੀ। ਤਾਂ ਇਹ ਸਾਰਿਆਂ ਨੇ ਜਿਉਂ-ਜਿਉਂ ਸਰਕਾਰਾਂ ਹੰਢਾਈਆਂ ਨੇ ਉਦਾਂ ਪੰਜਾਬ ਦੇ ਇੱਕ ਖਜ਼ਾਨੇ ਨੂੰ ਲੁੱਟਿਆ, ਪੰਜਾਬ ਦੀ ਜ਼ਮੀਨਾਂ ਨੂੰ ਲੁੱਟਿਆ ਤੇ ਕਰੋੜਾਂ ਰੁਪਏ ਬਣਾਤੇ। ਤੇ ਮੈਂ ਜਿਹੜੀ ਇਹ ਗੱਲ ਭੁੱਲਰ ਸਾਹਿਬ ਵੀ ਕਹਿ ਰਹੇ ਨੇ ਕਿ ਇਹਨਾਂ ਤੋਂ ਕੀ ਨਿਕਲਿਆ, ਜਿਨ੍ਹਾਂ ਦੇ ਉੱਪਰ ਕਾਰਵਾਈਆਂ ਕੀਤੀਆਂ ਨੇ, ਪੰਜਾਬ ਦਾ ਇੱਕ ਰੁਪਈਆ ਵੀ ਜੇ ਕਿਸੇ ਨੇ ਖਾਇਆ, ਪੰਜਾਬ ਸਰਕਾਰ ਉਸ ਤੋਂ ਸਾਰਿਆਂ ਤੋਂ ਹਿਸਾਬ ਲਊਗੀ। ਕਿਉਂਕਿ ਉਹ ਤਾਂ ਭੁੱਲਰ ਸਾਹਿਬ ਤਾਂ ਓਪਨ ਚੈਲੰਜ ਕਰਦੇ ਪਏ ਤੁਹਾਨੂੰ, ਭੁੱਲਰ ਸਾਹਿਬ ਤਾਂ ਓਪਨ ਚੈਲੰਜ ਕਰਦੇ ਪਏ ਤੁਹਾਨੂੰ। ਇੱਕ ਮਿੰਟ ਡਾਕਟਰ ਸਿੰਘ ਕਮਲ, ਇੱਕ ਮਿੰਟ ਡਾਕਟਰ ਕਮਲ, ਕਿਸਾਨ ਨੇ ਉਹੀ ਡਾਕਟਰ ਕਮਲ ਇੱਕ ਮਿੰਟ ਪਲੀਜ਼, ਡਾਕਟਰ ਕਮਲ ਇੱਕ ਮਿੰਟ, ਤੁਹਾਡਾ ਸਵਾਲ ਆ ਗਿਆ। ਡਾਕਟਰ ਕਮਲ ਇੱਕ ਮਿੰਟ, ਰਵਿੰਦਰ ਸਿੰਘ ਦਾ ਓਪਨ ਚੈਲੰਜ ਕਰਦੇ ਪਏ ਭੁੱਲਰ ਸਾਹਿਬ, ਤੁਸੀਂ ਤਾਂ ਨਾਮ ਵੀ ਨਹੀਂ ਲੈ ਪਾ ਰਹੇ, ਉਹ ਤਾਂ ਕਹਿੰਦੇ ਪਏ ਆ। ਉਹ ਸਰ ਨਾਮ ਲੈ ਕੇ ਤਾਂ ਇੱਥੇ ਤੱਕ ਪਹੁੰਚੇ ਹਾਂ, ਐਡੀ ਕਿਹੜੀ ਗੱਲ ਹੈ। ਪੰਜਾਬ ਦੇ ਲੋਕਾਂ ਨੂੰ ਇਟਸ ਐਨ ਓਪਨ ਸੀਕ੍ਰੇਟ, ਕਿਹਨੂੰ ਨਹੀਂ ਪਤਾ। ਚਲੋ ਮੈਂ ਲਾਸਟ ਇੱਕ ਸਵਾਲ ਬਰਗਾੜੀ ਦਾ ਕਾਂਡ ਕਰਦੇ ਆ, ਜੇ ਮਾਫੀਨਾਮੇ ਦੀ ਗੱਲ ਹੁੰਦੀ ਹੈ, ਜੇ ਸੌਦਾ ਸਾਧ ਦੀ ਗੱਲ ਹੁੰਦੀ ਹੈ, ਜੇ ਪੰਜਾਬੀਆਂ ਦੇ ਉੱਪਰ ਜ਼ੁਲਮੋ ਫਰੋਗ ਦੀ ਗੱਲ ਹੁੰਦੀ ਹੈ, ਜੇ ਆਰਬਿਟ ਬੱਸਾਂ ਦੀ ਗੱਲ ਹੁੰਦੀ ਹੈ, ਜੇ ਰੈਡੀਸਨ ਵਰਗੇ ਹੋਟਲਾਂ ਦੀ ਗੱਲ ਹੁੰਦੀ ਹੈ, ਵੱਡੇ ਹੋਟਲਾਂ ਦੀ ਗੱਲ ਹੁੰਦੀ ਹੈ, ਚੈਨਲਾਂ ਦੀ ਗੱਲ ਹੁੰਦੀ ਹੈ, ਤਾਂ ਕਿਹੜੀ ਪਾਰਟੀ ਦਾ ਨਾਮ ਆਉਂਦਾ? ਚਲੋ ਰਵਿੰਦਰ ਸਿੰਘ ਇੱਕ ਆਖਰੀ ਸਵਾਲ ਕਰ ਰਿਹਾ ਫਿਰ, ਸੁਖ ਵਿਲਾਸ ਤੇ ਸ਼ੱਕ ਹੈ ਤੁਹਾਨੂੰ? ਜਿਹੜੇ ਵੀ ਤਾਂ ਸ਼ੱਕ ਹੈ, ਮੈਂ ਤਾਂ ਰੈਡੀਸਨ ਦਾ ਵੀ ਲੱਤਾ ਨਾਮ। ਚਲੋ ਬਹੁਤ ਧੰਨਵਾਦ, ਮੇਰੇ ਕੋਲ ਵਕਤ ਨਹੀਂ ਹੈ, ਬਹੁਤ ਧੰਨਵਾਦ। ਬਹੁਤ ਲਾਸਟ ਚੀਜ਼ ਹੈ ਆਮ ਆਦਮੀ ਪਾਰਟੀ ਦੀ ਚੀਜ਼ ਕਹਿਣੀ ਹੈ, ਮੇਰਾ ਇੱਕ ਲਾਸਟ ਪੁਆਇੰਟ ਹੈ ਬੜਾ ਜ਼ਰੂਰੀ। ਇਹਨਾਂ ਦੇ ਆਪਦੇ ਮਿਨਿਸਟਰ ਸਾਹਿਬ ਨੇ ਇਹ ਕਿਹਾ ਸੀਗਾ ਕਿ ਜਿਹੜਾ ਪੋਜੀਸ਼ਨ ਹੈਗਾ ਐਲਪੀਯੂ ਦਾ, ਉਹਨੂੰ ਵੈਕੇਟ ਕਰਵਾਇਆ ਜਾਵੇ। ਤੇ ਜਦੋਂ ਇਹ ਚੀਜ਼ ਨਹੀਂ ਹੋਈ ਸੀਗੀ ਨਾ, ਉਦੋਂ ਬਾਅਦ ਜਿਹੜਾ ਇਹਨਾਂ ਦਾ ਐਂਟੀ ਇਨਕਰੋਚਮੈਂਟ ਸੈੱਲ ਹੈਗਾ ਚੰਡੀਗੜ੍ਹ ਦੇ ਵਿੱਚ, ਉਹਨੇ ਐਕਸ਼ਨ ਟੇਕਨ ਰਿਪੋਰਟ ਮੰਗੀ ਸੀਗੀ। ਚਲੋ ਬਹੁਤ ਧੰਨਵਾਦ ਡਾਕਟਰ ਕਮਲ ਤੁਹਾਡਾ, ਖੜਿਆਲ ਸਾਹਿਬ ਤੁਹਾਡਾ, ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੇ ਰਵਿੰਦਰ ਸਿੰਘ ਤੁਹਾਡਾ ਬਹੁਤ ਧੰਨਵਾਦ। ਬਹੁਤ ਸਾਰੇ ਸਵਾਲ ਹੈ ਤੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਸਾਹਮਣੇ ਪਏ ਆ। ਕਿਹੜੇ ਜਵਾਬਾਂ ਨਾਲ ਤੁਸੀਂ ਸੰਤੁਸ਼ਟ ਹੋ, ਕਿਹੜੇ ਜਵਾਬਾਂ ਤੋਂ ਅਸੰਤੁਸ਼ਟ ਹੋ, ਇਹ ਆਉਣ ਵਾਲੇ ਸਮੇਂ ਵਿੱਚ ਤੁਸੀਂ ਸਾਨੂੰ ਵੀ ਦੱਸ ਦਿਓ। ਅਸੀਂ ਉਹ ਵੀ ਸਵਾਲ ਕਰ ਲਵਾਂਗੇ ਜਿਹੜੇ ਜਵਾਬ ਤੁਹਾਨੂੰ ਸਹੀ ਤਰੀਕੇ ਨਾਲ ਇਹ ਸਪੋਕਸਪਰਸਨ ਹੈ ਨਹੀਂ ਦੇ ਰਹੇ। ਬਹੁਤ ਧੰਨਵਾਦ।